ਸਾਰਿਆਂ ਨੂੰ ਗੁਰਪੁਰਬ ਦੀ ਬਹੁਤ-ਬਹੁਤ ਵਧਾਈ। ਕਦੀ ਤੁਸੀਂ ਨੋਟ ਕਰੋ ਜਿਸ ਤਰ੍ਹਾਂ ਪ੍ਰਭਾਤ ਫੇਰੀਆਂ ਨਿਕਲਦੀਆਂ ਨੇ ਤੇ ਕਦੀ ਜਿਸ ਵੇਲੇ ਆਵਾਜ਼ ਪਹਿਲੀ ਕੰਨ ਵਿੱਚ ਪੈਂਦੀ ਹੈ ਨਾ, ਕੱਲ ਤਾਰਨ ਗੁਰੂ ਨਾਨਕ ਆਇਆ, ਤੇ ਅੰਦਰ ਪੂਰੇ ਇੱਕਦਮ એનર્ਜੀ ਫੀਲ ਹੁੰਦੀ ਹੈ। ਨਾਮ ਹੀ ਇੰਨਾ ਮਿੱਠਾ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ। ਔਰ ਪਹਿਲੇ ਮੈਂ ਬਹੁਤ-ਬਹੁਤ ਥੈਂਕਸ ਕਰਨਾ ਚਾਹਨੀ ਆ ਜਤਿੰਦਰ ਦੇਵ ਸਿੰਘ ਜੀ ਦਾ, ਜਿਨ੍ਹਾਂ ਨੇ ਸਾਨੂੰ ਇਹ ਮਿਊਜ਼ਿਕ ਕੰਪੋਜ਼ ਕਰਕੇ ਦਿੱਤਾ। ਮੂਲ ਮੰਤਰ ਦੇ ਉੱਤੇ ਬੇਸ ਉਹਨਾਂ ਨੇ ਮਿਊਜ਼ਿਕ ਕੰਪੋਜ਼ ਕਰਕੇ ਦਿੱਤਾ ਔਰ ਸ਼ਬਦ ਵੀ ਸਾਨੂੰ ਦਿੱਤਾ ਕੰਪੋਜ਼ ਕਰਕੇ, ਕੱਲ ਤਾਰਨ ਗੁਰੂ ਨਾਨਕ ਆਇਆ। ਬਹੁਤ-ਬਹੁਤ ਉਹਨਾਂ ਦਾ ਧੰਨਵਾਦ, ਉਹਨਾਂ ਨੇ ਇਹ ਸੇਵਾ ਕੀਤੀ। ਮੈਂ ਕੋਸ਼ਿਸ਼ ਇਹ ਕਰਾਂਗੀ ਕਿ ਸਾਰੇ ਨਵੇਂ ਵਿਸ਼ੇ ਲਏ ਜਾਣ ਜਿਹੜੇ ਪਹਿਲੇ ਅਸੀਂ ਗੁਰਪੁਰਬ ਮਨਾਏ ਨੇ ਉਹਨਾਂ ਤੋਂ ਥੋੜਾ ਹਟ ਕੇ, ਕਿਉਂਕਿ ਗੁਰਬਾਣੀ ਬਹੁਤ ਅਥਾਹ ਹੈ। ਜਿੰਨਾ ਵੀ ਗਹਿਰੇ ਜਾਈਏ ਤੇ ਹਰ ਦਿਨ ਕੁਝ ਨਵਾਂ ਹੀ ਸਮਝ ਆਉਂਦਾ। ਤੇ ਜਿਹੜੇ ਵਿਸ਼ੇ ਸਾਡੀ ਜ਼ਿੰਦਗੀ ਨਾਲ ਜੁੜੇ ਹੋਏ ਨੇ, ਜਿਨ੍ਹਾਂ ਨੂੰ ਅਸੀਂ ਭੁੱਲ ਚੁੱਕੇ ਹਾਂ ਔਰ ਸਾਨੂੰ ਗੁਰੂਆਂ ਨੇ ਉਹ ਗੁਰਬਾਣੀ ਵਿੱਚ ਸਿਧਾਂਤ ਦਿੱਤਾ, ਤੇ ਉਹਦੇ ਤੇ ਅਸੀਂ ਜ਼ਰੂਰ ਵਿਚਾਰ ਕਰੀਏ। ਔਰ ਦੂਸਰੀ ਗੱਲ ਇਹ ਹੈ ਕਿ ਸੱਚ ਜੁਗੋ ਜੁਗੋ ਤੱਕ ਕੀ ਹੈ। ਚਾਹੇ ਸੱਚ ਦੱਸਣ ਵਾਲਾ ਕੋਈ ਵੀ ਪੀਰ ਪੈਗੰਬਰ ਗੁਰੂ ਅਵਤਾਰ ਹੋਵੇ, ਲੇਕਿਨ ਸੱਚ ਨਹੀਂ ਬਦਲਦਾ, ਸੱਚ ਉਹੀ ਹੈ। ਔਰ ਉਹਨਾਂ ਸਿਧਾਂਤਾਂ ਦਾ ਅਸੀਂ ਪਾਲਣ ਕਰਾਂਗੇ ਤੇ ਜ਼ਰੂਰ ਸਾਡੀ ਜ਼ਿੰਦਗੀ ਬਦਲੇਗੀ। ਔਰ ਜਦ ਤੱਕ ਸਾਡੀ ਜ਼ਿੰਦਗੀ ਨਹੀਂ ਬਦਲੇਗੀ, ਸਾਨੂੰ ਬਾਰ-ਬਾਰ ਧਰਤੀ ਤੇ ਆਣਾ ਹੀ ਪਏਗਾ। ਤਾਂ ਅਸੀਂ ਸ਼ੁਰੂਆਤ ਕਰਨੇ ਆ, ਕੱਲ ਤਾਰਨ ਗੁਰੂ ਨਾਨਕ ਆਇਆ, ਜਿਹੜਾ ਤੁਸੀਂ ਸ਼ਬਦ ਵੀ ਸੁਣਿਆ ਕਿ ਸੁਣੀ ਪੁਕਾਰ ਦਾਤਾਰ ਪ੍ਰਭ, ਗੁਰੂ ਨਾਨਕ ਜਗ ਮਾਹੇ ਪਠਾਇਆ। ਪਰਮਾਤਮਾ ਨੇ ਨਿਰੰਕਾਰ ਰੂਪ ਭੇਜਿਆ ਆਪਣਾ ਮਾਤ ਲੋਕ ਤੇ। ਧਰਤੀ ਦੀ ਪੁਕਾਰ ਸੁਣ ਕੇ ਧਰਤੀ ਨੇ ਪੁਕਾਰ ਕੀਤੀ ਕਿ ਮੇਰੇ ਕੋਲੋਂ ਭਾਰ ਨਹੀਂ ਚੱਲਿਆ ਜਾ ਰਿਹਾ। ਤੇ ਪਰਮਾਤਮਾ ਨੇ ਕਿਹਾ ਕਿ ਕਿਸ ਚੀਜ਼ ਦਾ ਭਾਰ ਨਹੀਂ ਚੱਲਿਆ ਜਾ ਰਿਹਾ। ਜੇ ਕਹੇ ਤੇ ਮੈਂ ਪਹਾੜ ਹਟਾ ਦਿਆਂ ਤੇਰੇ ਉੱਤੋਂ, ਕਹਿੰਦੀ ਨਹੀਂ, ਮੈਨੂੰ ਪਹਾੜਾਂ ਦਾ ਕੋਈ ਵਜਨ ਨਹੀਂ ਹੈ। ਜੇ ਕਹੇ ਤੇ ਸਮੁੰਦਰ ਹਟਾ ਦਿਆਂ, ਧਰਤੀ ਨੇ ਕਿਹਾ ਨਹੀਂ, ਸਮੁੰਦਰਾਂ ਦਾ ਵੀ ਕੋਈ ਵਜਨ ਨਹੀਂ ਹੈ। ਪਰਮਾਤਮਾ ਨੇ ਕਿਹਾ ਬਨਸਪਤੀ ਸਾਰੀ ਹਟਾ ਦਾਂ, ਕਹਿੰਦੀ ਨਹੀਂ, ਬਨਸਪਤੀ ਦਾ ਵੀ ਵਜਨ ਨਹੀਂ ਹੈ। ਤੇ ਫਿਰ ਪਰਮਾਤਮਾ ਨੇ ਕਿਹਾ ਕਿਸ ਚੀਜ਼ ਦਾ ਵਜਨ ਹੈ? ਤਾਂ ਧਰਤੀ ਨੇ ਕਿਹਾ ਜਿਹੜੇ ਅਕਿਰਤ ਕੰਨ ਲੋਕ ਨੇ, ਜਿਹੜੇ ਕਿਸੇ ਦਾ ਕੀਤਾ ਨਹੀਂ ਜਾਣਦੇ, ਪਰਮਾਤਮਾ ਦਾ ਕੀਤਾ ਨਹੀਂ ਜਾਣਦੇ, ਖਾ ਕੇ ਭੋਗ ਕੇ ਕਦੀ ਯਾਦ ਵੀ ਨਹੀਂ ਕਰਦੇ ਪਰਮਾਤਮਾ ਨੂੰ, ਉਹਨਾਂ ਅਕਿਰਤ ਕੰਨਾਂ ਦਾ ਬੋਝ ਮੈਂ ਨਹੀਂ ਚੱਲ ਪਾ ਰਹੀ। ਤੇ ਫਿਰ ਗੁਰੂ ਨਾਨਕ ਦੇਵ ਜੀ ਨੂੰ ਪਰਮਾਤਮਾ ਨੇ ਭੇਜਿਆ, ਆਪ ਨਾਰਾਇਣ ਕਲਾ ਧਾਰ ਜਗ ਮੇ ਪਰਵਰਿਓ। ਤੇ ਉਹਨਾਂ ਨੇ ਸਾਰੀ ਜੋ ਕੁਰੀਤੀ ਫੈਲੀ ਹੋਈ ਸੀ, ਭ੍ਰਸ਼ਟਾਚਾਰ ਜਿਹੜਾ ਫੈਲਿਆ ਸੀ, ਮਿੱਟੀ ਧੁੰਦ ਜਗ ਚਾਨਣ ਹੋਆ, ਹਨੇਰਾ ਜਿਹੜਾ ਕੂੜ ਦਾ ਫੈਲਿਆ ਹੋਇਆ ਸੀ, ਉਹ ਸਾਰੀ ਧੁੰਦ ਹਟਾਈ ਔਰ ਲੋਕਾਂ ਨੂੰ ਸਿੱਧਾ ਰਸਤਾ ਦੱਸਿਆ, ਪਰਮਾਤਮਾ ਦਾ ਸੱਚ ਦਾ ਰਸਤਾ ਦੱਸਿਆ। ਔਰ ਅੱਜ ਵੀ ਉਹੀ ਹਾਲਾਤ ਨੇ। ਹਾਲਾਤ ਹਮੇਸ਼ਾ ਉਸ ਤਰ੍ਹਾਂ ਹੀ ਰਹਿੰਦੇ ਨੇ, ਕਿਉਂਕਿ ਅਸੀਂ ਬਾਰ-ਬਾਰ ਅਸੀਂ ਸਿਧਾਂਤਾਂ ਨੂੰ ਭੁੱਲ ਜਾਂਦੇ ਹਾਂ। ਸੋ ਮੇਰੀ ਕੋਈ ਬੁੱਧੀ ਨਹੀਂ ਹੈ, ਮੈਂ ਤੇ ਖੁਦ ਸਮਝੋ ਕਿ ਹੈਰਾਨ ਆ। ਮੈਨੂੰ ਇੰਜ ਲੱਗ ਰਿਹਾ ਕਿ ਮੇਰਾ ਨਵਾਂ ਜਨਮ ਹੀ ਹੋ ਰਿਹਾ। ਮਤਲਬ ਇੰਨੀ ਗੁਰਬਾਣੀ ਸਾਰੀ ਜ਼ਿੰਦਗੀ ਸੁਣਦੇ ਕਦੀ ਸਮਝ ਨਹੀਂ ਆਇਆ। ਔਰ ਅੱਜ ਹੁਣ ਜਿਸ ਟਾਈਮ ਇਸ ਤਰ੍ਹਾਂ ਦਾ ਕੋਈ ਗੁਰਪੁਰਬ ਹੁੰਦਾ ਹੈ ਜਾਂ ਵਿਚਾਰ ਕਰ ਆਂਦੀ ਹੈ ਕੋਈ, ਤੇ ਇੰਨੀ ਹੈਰਾਨੀ ਹੁੰਦੀ ਹੈ ਕਿ ਮੈਂ ਸੁਣੀ ਹੈ ਤੇ ਮੈਨੂੰ ਸਮਝ ਅੱਜ ਤੱਕ ਆਈ ਨਹੀਂ। ਤੇ ਇਸ ਵਾਸਤੇ ਮੈਂ ਇੱਥੋਂ ਹੀ ਸ਼ੁਰੂਆਤ ਕਰਾਂਗੀ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ। ਮੈਨੂੰ ਕੁਛ ਨਹੀਂ ਆਂਦਾ, ਕੋਈ ਮੇਰੀ ਬੁੱਧੀ ਨਹੀਂ ਹੈ, ਕੋਈ ਮੇਰਾ ਧਿਆਨ ਨਹੀਂ ਹੈ, ਕੋਈ ਮੇਰਾ ਗਿਆਨ ਨਹੀਂ ਹੈ, ਕੋਈ ਮੇਰੇ ਅੱਛੇ ਕਰਮਾਂ ਦਾ ਪੂੰਜੀ ਨਹੀਂ ਹੈ। ਮੈਨੂੰ ਕੁਛ ਵੀ ਨਹੀਂ ਪਤਾ। ਜੋ ਕੁਛ ਪਰਮਾਤਮਾ ਦੇ ਗੁਣਾਂ ਦਾ ਵੀ ਕੁਛ ਨਹੀਂ ਪਤਾ। ਤੂੰ ਕਿੰਨਾ ਵੱਡਾ ਹੈ ਮੈਨੂੰ ਕੁਛ ਨਹੀਂ ਪਤਾ। ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਸਭ ਤੋਂ ਵੱਡਾ ਸਤਿਗੁਰ ਨਾਨਕ ਹੈ, ਜਿਨੇ ਇਸ ਕਲਯੁਗ ਵਿੱਚ ਮੇਰੀ ਇੱਜ਼ਤ ਰੱਖੀ, ਮੇਰੀ ਪੱਤ ਰੱਖੀ, ਮੇਰੀ ਰੱਖਿਆ ਕੀਤੀ। ਸੋ ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਤਲਵੰਡੀ ਨਨਕਾਣਾ ਸਾਹਿਬ, ਜੋ ਅੱਜ ਕੱਲ ਪਾਕਿਸਤਾਨ ਵਿੱਚ ਉੱਥੇ ਹੋਇਆ। ਉਹਨਾਂ ਦੇ ਪਿਤਾ ਬਾਬਾ ਕਲਿਆਣ ਦਾਸ ਜੀ, ਮਹਿਤਾ ਕਾਲੂ ਜੀ, ਮਾਤਾ ਤ੍ਰਿਪਤਾ ਜੀ ਔਰ ਉਹਨਾਂ ਦੀ ਪਤਨੀ ਮਾਤਾ ਸੁਲੱਖਣੀ ਜੀ। ਉਹਨਾਂ ਦੇ ਦੋ ਸਾਹਿਬਜ਼ਾਦੇ ਬਾਬਾ ਸ਼੍ਰੀ ਚੰਦ ਜੀ, ਬਾਬਾ ਲਖਮੀ ਦਾਸ ਜੀ ਔਰ ਉਹਨਾਂ ਦੀ ਭੈਣ ਬੇਬੇ ਨਾਨਕੀ ਜੀ। ਔਰ 70 ਸਾਲ ਉਹਨਾਂ ਨੇ 5 ਮਹੀਨੇ 70 ਸਾਲ
ਉਹਨਾਂ ਨੇ 5 ਮਹੀਨੇ 70 ਸਾਲ 3 ਦਿਨ ਗੁਰਿਆਈ ਕੀਤੀ। ਔਰ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਕੋਈ ਗੁਰੂ ਨਹੀਂ। ਲੋਕਾਂ ਨੂੰ ਇਹ ਬਹੁਤ ਭਰਮ ਹੈ ਕਿ ਗੁਰੂ ਨਾਨਕ ਦੇਵ ਜੀ ਦਾ ਕਿਹੜਾ ਗੁਰੂ ਸੀ, ਕੌਣ ਗੁਰੂ ਸੀ। ਔਰ ਸਿੱਧਾ ਨੇ ਵੀ ਇਹੀ ਸਵਾਲ ਪੁੱਛਿਆ, ਤੇਰਾ ਕਵਨ ਗੁਰੂ ਕਿਸਕਾ ਤੂੰ ਚੇਲਾ। ਤੇ ਆਪ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਤੇ ਜਨਮਤ ਗੁਰਮਤ ਬ੍ਰਹਮ ਪਛਾਣਿਓ। ਜਿਸ ਤਰ੍ਹਾਂ ਅਸੀਂ ਕਹਿੰਦੇ ਆ ਮੂਲ ਮੰਤਰ ਵਿੱਚ ਸਵਯੰਭੂ, ਆਪਣੇ ਆਪ ਤੋਂ ਆਪ ਹੀ ਨੇ। ਤੇ ਜਨਮ ਤੋਂ ਹੀ ਉਹਨਾਂ ਦੇ ਲੱਛਣ ਜਿਹੜੇ ਸੀ ਉਹ ਸਭ ਅਲੱਗ ਸੀ, ਤੇ ਉਹਨਾਂ ਦਾ ਕੋਈ ਗੁਰੂ ਨਹੀਂ ਹੈ। ਜਿਸ ਤਰ੍ਹਾਂ ਜਿੰਨੇ ਵੀ ਹੁੰਦੇ ਨੇ ਪੀਰ ਪੈਗੰਬਰ, ਉਹਨਾਂ ਦੇ ਗੁਰੂ ਹੁੰਦੇ ਨੇ। ਥੋੜਾ ਜਿਹਾ ਅਸੀਂ ਪਿੱਛੇ ਜਾਂਦੇ ਆ। ਵੈਸੇ ਮੈਂ ਇਹਨੂੰ ਕਈ ਵਾਰੀ ਹਰ ਗੁਰਪੁਰਬ ਤੇ ਲੈਂਦੀ ਆ, ਪਰ ਫਿਰ ਵੀ ਕੁਝ ਨਵੇਂ ਲੋਕ ਜੁੜਦੇ ਨੇ ਤੇ ਇੱਕ ਵਾਰੀ ਦੁਬਾਰਾ ਸੇ ਇਹਨੂੰ ਮੈਂ ਦੁਬਾਰਾ ਸੇ ਲੈਂਦੀ ਆ ਕਿ ਅਸੀਂ ਧਰਮ ਦੀਆਂ ਔਰ ਜਾਤੀ ਪਾਤੀ ਦੀਆਂ ਸਭ ਦੀਵਾਰਾਂ ਬਣਾਈਆਂ ਨੇ, ਲੇਕਿਨ ਪਰਮਾਤਮਾ ਦੇ ਘਰ ਦੀ ਕੋਈ ਦੀਵਾਰ ਨਹੀਂ ਹੈ। ਹੁਣ ਗੁਰੂ ਨਾਨਕ ਦੇਵ ਜੀ ਕੋਲੋਂ ਮੱਕੇ ਮਦੀਨੇ ਵਿੱਚ ਪੁੱਛਿਆ ਗਿਆ ਕਿ ਤੁਹਾਡਾ ਵੰਸ਼ਜ ਕੌਣ ਨੇ, ਕਿੱਥੋਂ ਤੁਸੀਂ, ਪਿੱਛੇ ਤੁਹਾਡਾ ਕੁਲ ਕੀ ਹੈ, ਤੁਹਾਡਾ ਘਰਾਣਾ ਕੀ ਹੈ। ਤੇ ਉਸ ਟਾਈਮ ਮੱਕੇ ਮਦੀਨੇ ਦੀ ਸਾਖੀ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਨੂੰ ਦੱਸਿਆ, ਪੀਰਾਂ ਨੂੰ, ਕਿ ਬੇਦੀ ਕੁਲ ਸਾਡੀ ਜਿਹੜੀ ਹੈ ਇਹ ਸ਼੍ਰੀ ਰਾਮਚੰਦਰ ਜੀ ਦੇ 2 ਪੁੱਤਰ ਹੋਏ ਨੇ, ਲਵ ਔਰ ਕੁਸ਼। ਤੇ ਬੇਦੀ ਕੁਲ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ, ਤੇ ਉਹਨਾਂ ਨੇ ਕਿਹਾ ਅਸੀਂ ਲਵ ਦੀ ਕੁਸ਼ ਵਿੱਚੋਂ ਆ। ਤੇ ਅੱਗੋਂ ਜਿਹੜੀ ਸੋਢੀ ਵੰਸ਼ ਚੱਲਿਆ ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ ਤੋਂ, ਉਹ ਕੁਸ਼ ਦੀ ਵੰਸ਼ ਚੋਂ ਚੱਲਿਆ। ਇਤਿਹਾਸ ਇਹ ਕਹਿੰਦਾ ਹੈ ਕਿ ਅੱਗੋਂ ਲਵ ਔਰ ਕੁਸ਼ ਦੇ ਅੱਗੋਂ ਫਿਰ ਜਿਹੜੀ ਚੱਲੀ ਪੀੜੀ, ਜਨਰੇਸ਼ਨ ਚੱਲੀ, ਉਹਨਾਂ ਦੀ ਆਪਸ ਵਿੱਚ ਲੜਾਈ ਹੋਣ ਲੱਗ ਗਈ। ਔਰ ਜਿਸ ਤਰ੍ਹਾਂ ਕੀ ਹੁੰਦਾ ਹੀ ਹੈ, ਤੇ ਇਹ ਰਾਜੇ ਸੀ, ਤੇ ਉਹਨਾਂ ਨੇ ਆਪਸ ਵਿੱਚ ਝਗੜਾ ਲੜਾਈ ਕੀਤੀ। ਔਰ ਕਾਲ ਰਾਏ ਜਿਹੜਾ ਸੀ ਔਰ ਕਾਲ ਦੇਵ ਦੋ ਸੀ, ਤੇ ਇਹਨਾਂ ਨੇ ਵਿਜੇ ਰਾਏ ਔਰ ਧੀਰ ਰਾਏ, ਤੇ ਇਹਨਾਂ ਨੇ ਵਿਜੇ ਰਾਏ ਔਰ ਧੀਰ ਰਾਏ ਦੀ ਆਪਸ ਜਿਸ ਵੇਲੇ ਜੰਗ ਹੋਈ, ਤੇ ਉਹਨਾਂ ਨੇ ਉਹਨਾਂ ਨੂੰ ਕੱਢ ਦਿੱਤਾ। ਮੁਲਕ ਰਾਏ ਅੱਗੋਂ ਜਿਹੜੇ ਵੰਸ਼ਜ ਸੀ ਉਹਨਾਂ ਦੇ, ਲਵ ਦੇ, ਉਹਨਾਂ ਨੂੰ ਰਾਜ ਖੋ ਕੇ ਕੱਢ ਦਿੱਤਾ ਰਾਜ ਚੋਂ। ਹੁਣ ਉਹ ਜਿਹੜੇ ਸੀ ਅੰਮ੍ਰਿਤ ਰਾਏ ਜਿਹੜੇ ਵੰਸ਼ਜ ਸੀ ਬੇਦੀ ਕੁਲ ਚੋਂ, ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਹੋਏ, ਤੇ ਉਹ ਜਾ ਕੇ ਕਾਸ਼ੀ ਉਹਨਾਂ ਨੇ ਵੇਦਾਂ ਦਾ ਅਧਿਐਨ ਕਰਨਾ ਸ਼ੁਰੂ ਕਰਤਾ। ਔਰ ਐਨੇ ਵੇਦ ਕੰਠਸਥ ਕਰ ਲਏ, ਇੰਨਾ ਅੱਛਾ ਪ੍ਰਵਚਨ ਵੇਦਾਂ ਦਾ ਗਿਆਨ ਦਿੰਦੇ ਨੇ ਕਿ ਉਹਨਾਂ ਦਾ ਨਾਮ ਹੀ ਬੇਦੀ ਹੋ ਗਿਆ। ਔਰ ਉੱਥੋਂ ਦਾ ਜਿਹੜਾ ਰਾਜਾ ਸੀ ਉਹ ਬੜਾ ਪ੍ਰਸੰਨ ਹੋਇਆ, ਉਹਨਾਂ ਦੀ ਬੜੀ ਕੀਰਤੀ ਫੈਲ ਗਈ, ਤੇ ਉਹਨੇ ਆਪਣੀ ਬੇਟੀ ਦਾ ਵਿਆਹ ਕਰਤਾ ਉਹਦੇ ਨਾਲ। ਬਹੁਤ ਸੁੰਦਰ ਸਨ, ਜਵਾਨੀ ਸੀ। ਹੁਣ ਇਹ ਜਿਹੜਾ ਮੁਲਕ ਰਾਏ ਜਿੱਥੋਂ ਸੋਢੀ ਵੰਸ਼ ਚਲਦੀ ਹੈ, ਇਹਦੇ ਮਨ ਵਿੱਚ ਆਇਆ ਕਿ ਅਸੀਂ ਇਹ ਪੀੜ੍ਹੀਆਂ ਦੀ ਜਿਹੜਾ ਝਗੜਾ ਹੈ, ਜਿਹੜਾ ਇਹ ਨਫ਼ਰਤ ਹੈ, ਇਹਨੂੰ ਖਤਮ ਕਰਨਾ ਹੈ। ਤੇ ਉਹਨਾਂ ਨੂੰ ਵੀ ਪਤਾ ਚੱਲ ਗਿਆ ਕਿ ਅੰਮ੍ਰਿਤ ਰਾਏ ਜਿਹੜੇ ਨੇ ਉਹ ਬੇਦੀ ਉਹਨਾਂ ਨੂੰ ਕਿਹਾ ਜਾਂਦਾ, ਔਰ ਉਹ ਗ੍ਰੰਥਾਂ ਦਾ, ਵੇਦਾਂ ਦਾ ਪਾਠ ਸੁਣਾਉਂਦੇ ਨੇ। ਤੇ ਮੁਲਕ ਰਾਏ ਨੇ ਉਹਨਾਂ ਨੂੰ ਆਪਣੇ ਰਾਜ ਵਿੱਚ ਬੁਲਾਇਆ, ਤੇ ਉਹਨਾਂ ਨੂੰ ਕਿਹਾ ਕਿ ਮੈਨੂੰ ਵੀ ਵੇਦਾਂ ਦਾ ਪਾਠ ਸੁਣਾਓ। ਔਰ ਉਹਨਾਂ ਨੇ ਐਸਾ ਵੇਦਾਂ ਦਾ ਪਾਠ ਸੁਣਾਇਆ ਕਿ ਉਹਨੂੰ ਆਤਮ ਗਿਆਨ ਹੋ ਗਿਆ ਮੁਲਕ ਰਾਏ ਨੂੰ। ਔਰ ਉਹਨੇ ਆਪਣੇ ਰਾਜ ਦੇ ਕੇ ਚਲਾ ਗਿਆ ਜੰਗਲ ਵਿੱਚ ਤਪੱਸਿਆ ਕਰਨ। ਰਾਜ ਉਹਨੇ ਦਿੱਤਾ ਅੰਮ੍ਰਿਤ ਰਾਏ ਨੂੰ। तो अमृत राय क्योंकि 3 वेद उन्होंने सुने मुलक राय जी ने, ते अमृत राय जेड़े सी वो खुश हो गए, ते उन्होंने फिर आशीर्वाद दिता कि साडी कुल विच गुरु नानक प्रगट होणगे और 3 पीढ़ियां तक गुरगद्दी साडे कोल रहेगी, और ਉਹਦੇ ਬਾਅਦ ਅਸੀਂ ਤੁਸੀਂ 3 वेद सुने ने ते ਤੁਹਾਡੀ ਗੱਦੀ ਤੁਹਾਨੂੰ वापस कर दांगे। ऐसे ਲਈ ਬਾਣੀ ਚ ਕਿਹਾ ਜਾਂਦਾ ਦਿੱਤਾ ਲਈਏ ਆਪਣਾ, ਅਨ ਦਿੱਤਾ ਕਿਛ ਹੱਥ ਨਾ ਆਵੇ। ਸਾਨੂੰ ਜੋ ਵੀ ਮਿਲ ਰਿਹਾ ਅੱਛਾ ਜਾਂ ਬੁਰਾ ਉਹ ਅਸੀਂ ਦਿੱਤਾ ਹੋਇਆ, ਸਾਡੇ ਪਿਛਲੇ ਕਰਮਾਂ ਕਰਕੇ ਮਿਲ ਰਿਹਾ। ਤੇ ਫਿਰ ਜਿਸ ਵੇਲੇ ਗੁਰੂ ਅਮਰਦਾਸ ਜੀ ਤੋਂ ਬਾਅਦ ਗੁਰੂ ਰਾਮਦਾਸ ਜੀ ਨੂੰ ਗੱਦੀ ਮਿਲੀ ਤੇ ਸੋਢੀ ਕੁਲ ਸ਼ੁਰੂ ਹੋਈ। ਤੇ ਇਸ ਤਰ੍ਹਾਂ ਇਹ ਪੂਰਾ ਪਿਛਲਾ ਇਤਿਹਾਸ ਹੈ। ਤੇ ਬੇਦੀ ਕੁਲ ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ ਸ਼ੁਰੂ ਹੋਈ, ਲਵ ਦੀ ਅੰਸ਼ ਵਿੱਚੋਂ। ਹੁਣ ਇਹ ਅੱਜ ਅਸੀਂ ਜੋ ਦੇਖ ਰਹੇ ਹਾਂ ਜਾਂ ਜੋ ਸੁਣ ਰਹੇ ਹਾਂ, ਜੋ ਪੜ੍ਹ ਰਹੇ ਹਾਂ, ਇਹਦੀਆਂ ਕੜੀਆਂ ਬਹੁਤ ਪਿੱਛੇ ਜੁੜੀਆਂ ਨੇ। ਅਗਰ ਅਸੀਂ ਥੋੜਾ ਹੋਰ ਗਹਿਰਾਈ ਵਿੱਚ ਜਾਵਾਂਗੇ ਤੇ ਰਾਜਾ ਜਨਕ ਦੇ ਟਾਈਮ ਪ੍ਰੀ ਬਰਥ ਪਲੈਨਿੰਗ ਅੱਜ ਅਸੀਂ ਪੜ੍ਹਨੇ ਤੇ ਸਾਨੂੰ ਲੱਗਦਾ ਬੜੀ ਨਵੀਂ ਗੱਲ ਹੈ, ਕੋਈ ਵਰਕਸ਼ਾਪ ਅਸੀਂ ਅਟੈਂਡ ਕੀਤੀ, ਬੜੀ ਨਵੀਂ ਗੱਲ ਹੈ। ਲੇਕਿਨ ਇਹ ਹਮੇਸ਼ਾ ਤੋਂ ਹੀ ਇੰਜ ਹੀ ਹੁੰਦਾ ਰਿਹਾ। ਰਾਜਾ ਜਨਕ ਦੇ ਟਾਈਮ ਤੇ ਇੱਕ ਰਿਸ਼ੀ ਸੀ ਜਿਹਦਾ ਨਾਮ ਆਇਆ ਸੰਤੋਖ ਰਿਸ਼ੀ। ਉਹਨੇ ਬਹੁਤ ਤਪੱਸਿਆ ਕੀਤੀ ਤੇ ਉਹਨੇ ਪੁੱਛਿਆ ਰਾਜਾ ਜਨਕ ਕੋਲੋਂ ਕਿ ਨਿਰੰਕਾਰ ਕਦੋਂ ਧਰਤੀ ਤੇ ਆਏਗਾ। ਤੇ ਰਾਜਾ ਜਨਕ ਨੇ ਕਿਹਾ ਕਲਯੁਗ ਵਿੱਚ ਗੁਰੂ ਨਾਨਕ ਰੂਪ ਵਿੱਚ ਆਣਗੇ।
ਤੇ ਉਹਨੇ ਕਿਹਾ ਮੈਂ ਦਰਸ਼ਨ ਕਰਨਾ ਚਾਹਨਾ। ਤੇ ਰਾਜਾ ਜਨਕ ਨੇ ਕਿਹਾ ਫਿਰ ਤੈਨੂੰ ਤਪੱਸਿਆ ਕਰਨੀ ਪਏਗੀ। ਤੇ ਉਹ ਜਿਹੜਾ ਰਿਸ਼ੀ ਸੀ ਉਹਨੇ ਸਤਯੁਗ, ਤ੍ਰੇਤਾ ਔਰ ਦੁਆਪਰ 3 ਯੁੱਗ ਤਪੱਸਿਆ ਕੀਤੀ। ਔਰ ਫਿਰ ਜਿਸ ਵੇਲੇ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਟਾਈਮ ਸੀ, ਉਸ ਵੇਲੇ ਸਰੋਵਰ ਦੀ ਖੁਦਾਈ ਹੋ ਰਹੀ ਸੀ ਤੇ ਉਹਦੇ ਵਿੱਚੋਂ ਉਹ ਰਿਸ਼ੀ ਦਾ ਆਸ਼ਰਮ ਨਿਕਲਿਆ ਔਰ ਉਹ ਰਿਸ਼ੀ ਨਿਕਲਿਆ। ਔਰ ਫਿਰ ਉਹਨੇ ਪੁੱਛਿਆ ਕਿ ਕਿਹੜਾ ਯੁੱਗ ਹੈ ਔਰ ਕਿਹੜੇ ਗੁਰੂ ਨੇ। ਤੇ ਫਿਰ ਇਹਦੀ ਬਹੁਤ ਸਾਖੀ ਹੈ ਵੱਡੀ। ਲੇਕਿਨ ਉਸ ਰਿਸ਼ੀ ਨੇ 3 ਯੁੱਗ ਤਪੱਸਿਆ ਕੀਤੀ। ਔਰ ਉਹ ਜਿਹੜਾ ਸਥਾਨ ਹੈ ਜਿੱਥੇ ਅੱਜ ਅਸੀਂ ਹਰਿਮੰਦਰ ਸਾਹਿਬ ਹਰਿਮੰਦਰ ਸਾਹਿਬ ਹਰੀ ਮੰਦਿਰ ਜਿਹੜਾ ਦਰਬਾਰ ਸਾਹਿਬ ਅਸੀਂ ਜਾਂਦੇ ਹਾਂ ਅੰਮ੍ਰਿਤਸਰ ਦਰਸ਼ਨ ਕਰਨ, ਇਹ ਸਥਾਨ ਵੀ ਸਤਯੁਗ ਦਾ ਟਾਈਮ ਦਾ ਹੀ ਹੈ। ਉਸ ਰਿਸ਼ੀ ਨੇ ਦੱਸਿਆ ਕਿ ਇੱਥੇ ਲਵ ਕੁਸ਼ ਜਿਹੜੇ ਨੇ ਆਸ਼ਰਮ ਸੀ ਵਾਲਮੀਕੀ ਦਾ, ਤੇ ਇੱਥੇ ਉਹ ਖੇਲਦੇ ਸੀ। ਉਸ ਸਮੇਂ ਦਾ ਸਥਾਨ ਹੈ। ਔਰ ਇੰਨੀ ਧਰਤੀ 'ਚ ਉਥਲ ਪੁਥਲ ਹੋਈ, ਪ੍ਰਲੈ ਹੋਈ, ਉਹ ਸਭ ਚੀਜ਼ਾਂ ਦਬ ਗਈਆਂ। ਤੇ ਉਹਦੇ 'ਚ ਇਤਿਹਾਸ ਵਿੱਚ ਆਉਂਦਾ ਹੈ ਕਿ ਉਸ ਜਗ੍ਹਾ ਤੇ 7 ਜਿਹੜੇ ਤਪਸਵੀ ਸੀ ਉਹਨਾਂ ਨੇ ਤਪੱਸਿਆ ਕੀਤੀ। ਇਸ ਸੰਕਲਪ ਨਾਲ ਤਪੱਸਿਆ ਕੀਤੀ ਕਿ ਜਿਸ ਵੇਲੇ ਨਿਰੰਕਾਰ ਕਲਯੁਗ ਵਿੱਚ ਆਣਗੇ ਤੇ ਅਸੀਂ ਉਹਨਾਂ ਦੀ ਸੰਗਤ ਵਿੱਚ, ਉਹਨਾਂ ਦੀ ਕੰਪਨੀ ਵਿੱਚ, ਉਹਨਾਂ ਦੇ ਨੇੜੇ ਰਹਿ ਕੇ ਅਸੀਂ ਉਹ ਅਨੁਭਵ ਲੈਣਾ ਚਾਹੁੰਦੇ ਹਾਂ। ਤੇ ਉਹ 7 ਰਿਸ਼ੀ ਜਿਹੜੇ ਸੀ ਉਹਦੇ ਵਿੱਚ ਪਹਿਲੇ ਸੀ ਮਹਿਤਾ ਕਾਲੂ ਜੀ ਔਰ ਦੂਸਰੇ ਸੀ ਮਾਤਾ ਤ੍ਰਿਪਤਾ ਜੀ। ਤੇ ਜਿਸ ਵੇਲੇ ਪਰਮਾਤਮਾ ਇਹਨਾਂ ਦੀ ਭਗਤੀ ਤੇ ਪ੍ਰਸੰਨ ਹੋ ਗਿਆ ਔਰ ਕਿਹਾ ਕੁਝ ਵਰ ਮੰਗੋ, ਤੇ ਉਹਨਾਂ ਨੇ ਕਿਹਾ ਕਿ ਤੁਸੀਂ ਸਾਡੇ ਘਰ ਪੁੱਤਰ ਰੂਪ ਵਿੱਚ ਆਓ। ਤੇ ਉਸ ਵੇਲੇ ਪਰਮਾਤਮਾ ਨੇ ਕਿਹਾ ਕਿ ਤੁਹਾਡੀ ਇੰਨੀ ਸਾਧਨਾ ਨਹੀਂ ਹੈ ਕਿ ਅਗਰ ਅਸੀਂ ਤੁਹਾਡੇ ਘਰ ਆ ਵੀ ਗਏ, ਪ੍ਰਗਟ ਵੀ ਹੋ ਗਏ, ਤੁਸੀਂ ਸਾਨੂੰ ਪਹਿਚਾਨ ਨਹੀਂ ਪਾਓਗੇ। ਤੇ ਉਹਨਾਂ ਨੇ ਕਿਹਾ ਕੋਈ ਗੱਲ ਨਹੀਂ, ਅਸੀਂ ਇੰਨੇ 'ਚ ਹੀ ਬਹੁਤ ਖੁਸ਼ ਹਾਂ ਕਿ ਪਰਮਾਤਮਾ ਸਾਡੇ ਘਰ ਅਵਤਾਰ ਲੈ ਕੇ ਆ ਰਿਹਾ। ਤੇ ਉਹਨਾਂ ਨੂੰ ਵਰ ਮਿਲ ਗਿਆ ਕਿ ਅਸੀਂ ਤੁਹਾਡੇ ਘਰ ਪੁੱਤਰ ਬਣ ਕੇ ਆਵਾਂਗੇ। ਉੱਥੇ ਹੀ ਬੇਬੇ ਨਾਨਕੀ ਜੀ ਤਪੱਸਿਆ ਕਰ ਰਹੇ ਸੀ। ਪਿਛਲਾ ਨਾਮ ਮੈਨੂੰ ਨਹੀਂ ਪਤਾ ਚੱਲਿਆ ਕੀ ਨਾਮ ਸੀ ਉਹਨਾਂ ਦਾ। ਤੇ ਉਹਨਾਂ ਨੇ ਵਰ ਮੰਗਿਆ ਕਿ ਤੁਸੀਂ ਜਿਸ ਵੇਲੇ ਮਾਤ ਲੋਕ ਤੇ ਆਓ ਤੇ ਮੇਰੇ ਬ੍ਰਦਰ, ਮੇਰੇ ਭਰਾ ਬਣ ਕੇ ਆਓ, ਮੈਂ ਤੁਹਾਡੀ ਵੱਡੀ ਭੈਣ ਬਣਾ ਔਰ ਮੇਰੀ ਜਿਹੜੀ ਦਿਵੀ ਦ੍ਰਿਸ਼ਟੀ ਹੈ ਉਹ ਜਾਗਰਿਤ ਰਹੇ ਤਾਂ ਕਿ ਮੈਂ ਤੁਹਾਨੂੰ ਪਹਿਚਾਨ ਸਕਾਂ। ਤੇ ਉਹਨਾਂ ਨੂੰ ਵੀ ਵਰ ਮਿਲ ਗਿਆ। ਉੱਥੇ ਹੀ ਰਾਏ ਬੁਲਾਰ ਤਪੱਸਿਆ ਕਰ ਰਹੇ ਸੀ ਤੇ ਉਹਨਾਂ ਨੇ ਕਿਹਾ ਕਿ ਮੈਨੂੰ ਜਿਸ ਧਰਤੀ ਤੇ ਤੁਸੀਂ ਜਨਮ ਲੈਣਾ, ਅਵਤਾਰ ਲੈਣਾ, ਉੱਥੋਂ ਦਾ ਮੈਨੂੰ ਸਰਪੰਚ ਬਣਾਓ ਔਰ ਮੈਨੂੰ ਵੀ ਥਰਡ ਆਈ ਦਿਓ, ਮਤਲਬ ਮੇਰੀ ਵੀ ਦਿਵਯ ਦ੍ਰਿਸ਼ਟੀ ਹੋਵੇ, ਮੈਂ ਵੀ ਸੇਵਾ ਕਰਾਂ ਔਰ ਮੈਂ ਤੁਹਾਨੂੰ ਪਹਿਚਾਨ ਸਕਾਂ। ਬੇਬੇ ਨਾਨਕੀ ਜੀ 5 ਸਾਲ ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ ਵੱਡੇ ਸੀ, ਵੱਡੇ ਭੈਣ ਸੀ। ਤੇ ਪੰਜਾਬੀ ਵਿੱਚ ਵੱਡੀਆਂ ਭੈਣਾਂ ਨੂੰ ਪਹਿਲੇ ਬੇਬੇ ਕਿਹਾ ਜਾਂਦਾ ਸੀ। ਤੇ ਬੇਬੇ ਨਾਨਕੀ ਜੀ ਹੀ ਨਾਮ ਉਹਨਾਂ ਦਾ ਪ੍ਰਸਿੱਧ ਹੋ ਗਿਆ। ਔਰ ਬੇਬੇ ਨਾਨਕੀ ਜੀ ਜਿਹੜੇ ਸੀ ਉਹੀ ਗੁਰੂ ਨਾਨਕ ਦੇ ਪਹਿਲੇ ਸਿੱਖ ਵੀ ਹੋਏ ਨੇ। ਉਹਨਾਂ ਨੇ ਹੀ ਪਹਿਚਾਨਿਆ ਕਿ ਮੇਰਾ ਵੀਰ ਜਿਹੜਾ ਹੈ ਉਹ ਆਪ ਪਰਮਾਤਮਾ ਹੈ। ਔਰ ਬੇਬੇ ਨਾਨਕੀ ਜੀ ਦਾ ਭਾਈ ਜੈ ਰਾਮ ਜੀ ਨਾਲ ਵਿਆਹ ਹੁੰਦਾ, ਉਹਨਾਂ ਨੇ ਵੀ ਉਸ ਵੇਲੇ ਉੱਥੇ ਤਪੱਸਿਆ ਕੀਤੀ ਔਰ ਉਹਨਾਂ ਨੇ ਵੀ ਵਰ ਲਿਆ। ਔਰ ਇੱਕ ਭਾਈ ਲਾਲੋ ਜਿਹੜੇ ਜਿੱਥੇ ਜਿਸ ਵੇਲੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਉਦਾਸੀਆਂ ਸ਼ੁਰੂ ਕੀਤੀਆਂ ਤੇ ਸਭ ਤੋਂ ਪਹਿਲੇ ਭਾਈ ਲਾਲੋ ਦੇ ਘਰ ਗਏ ਤੇ ਭਾਈ ਲਾਲੋ ਨੇ ਵੀ ਵਾਰ ਮੰਗਿਆ ਕਿ ਮੈਨੂੰ ਵੀ ਸੋਝੀ ਦਿਓ ਇਸ ਚੀਜ਼ ਦੀ ਕਿ ਜਿਸ ਵੇਲੇ ਤੁਸੀਂ ਮਾਤ ਲੋਕ ਤੇ ਆਓ ਤੇ ਮੈਨੂੰ ਵੀ ਪਤਾ ਚੱਲ ਜਾਏ। ਇੱਕ ਹੋਰ ਸਾਖੀ ਆਂਦੀ ਅੱਗੇ ਜਾ ਕੇ, ਝੰਡਾ ਬਾਡੀ ਨਾਮ ਦਾ ਇੱਕ ਸਿੱਖ ਹੋਇਆ ਤੇ ਐਨੇ ਵੀ ਵਾਰ ਮੰਗਿਆ ਕਿ ਜਿਸ ਵੇਲੇ ਤੁਸੀਂ ਆਓ ਤੇ ਮੈਂ ਤੁਹਾਨੂੰ ਪਹਿਚਾਨ ਸਕਾਂ, ਮੈਨੂੰ ਉਹ ਅੱਖ ਦੇਣਾ ਕਿ ਮੈਨੂੰ ਪਤਾ ਲੱਗੇ। ਤੇ ਭਾਈ ਜੈ ਰਾਮ ਜੀ, ਇਹ 7 ਜਿਹੜੇ ਤਪਸਵੀ ਸੀ, ਇਹਨਾਂ ਨੇ ਤਪੱਸਿਆ ਕਰਕੇ ਵਰ ਲਿਆ ਕਿ ਅਸੀਂ ਤੁਹਾਡੇ ਨਾਲ ਜੀਵਨ ਬਿਤਾਉਣਾ ਚਾਹੁੰਦੇ ਹਾਂ, ਉਹ ਅਨੁਭਵ ਲੈਣਾ ਚਾਹੁੰਦੇ ਹਾਂ। ਤੇ ਇਸ ਲਈ ਜਿਹੜੇ ਵੀ ਗੁਰੂ ਪੀਰ ਹੁੰਦੇ ਨੇ ਉਹਨਾਂ ਦੇ ਨਾਲ ਜਿਹੜਾ ਪਰਿਵਾਰ ਬਣ ਕੇ ਆਂਦਾ, ਜਿਹੜੇ ਉਹਨਾਂ ਦੀ ਸੇਵਾ ਕਰਨ ਆਉਂਦੇ ਨੇ, ਉਹ ਐਵੇਂ ਹੀ ਨਹੀਂ ਆ ਜਾਂਦੇ। ਉਹਨਾਂ ਨੇ ਬਹੁਤ ਬਹੁਤ ਤਪੱਸਿਆ ਕੀਤੀ ਹੁੰਦੀ ਹੈ ਔਰ ਉਹਨਾਂ ਨੇ ਸੇਵਾ ਦਾ ਵਰ ਮੰਗਿਆ ਹੁੰਦਾ ਉਹਨਾਂ ਕੋਲੋਂ, ਤਾਂ ਉਹ ਇੰਨੀ ਸੇਵਾ ਕਰ ਪਾਉਂਦੇ ਨੇ। ਹੁਣ ਇੱਥੇ ਇੱਕ ਬਹੁਤ ਹੈਰਾਨੀ ਦੀ ਗੱਲ, ਮੈਂ ਵੀ ਪਿਛਲੀ ਵਾਰੀ ਗੁਰਪ੍ਰੀਤ ਵੀਰ ਜੀ, ਰਿੰਕੂ ਵੀਰ ਜੀ ਜਿਹੜੇ ਬੰਬੇ ਵਾਲੇ, ਉਹਨਾਂ ਨੂੰ ਸੁਣ ਰਹੀ ਸੀ ਤੇ ਉਹਨਾਂ ਦੀ ਕਥਾ ਵਿੱਚ ਇਹ ਚੀਜ਼ ਆਈ ਪਿਛਲੇ ਸਾਲ ਜਿਸ ਵੇਲੇ ਉਹ ਗੁਰੂ ਨਾਨਕ ਦੇਵ ਦਾ ਗੁਰਪੁਰਬ ਮਨਾ ਰਹੇ ਸੀ ਕਿ ਇਹ ਚੀਜ਼ ਕੁਰਾਨ ਵਿੱਚ ਮੁਹੰਮਦ ਸਾਹਿਬ ਨੇ ਖੁਦ ਲਿਖੀ ਹੈ। ਉਹੀ ਬੜੀ ਹੈਰਾਨੀ ਹੁੰਦੀ ਹੈ ਕਿ ਦੀਵਾਰਾਂ ਕਿੰਨੇ ਬਣਾਈਆਂ, ਕਿਉਂ ਬਣਾਈਆਂ ਪਤਾ ਨਹੀਂ। ਇਹ ਮੈਂ ਹੋ ਸਕਦਾ ਸਹੀ ਪ੍ਰੋਨਾਉਂਸ ਨਾ ਕਰ ਪਾਵਾਂ। ਕਲਾ ਕਲਾ ਰਸੂਲਾ ਸੱਲੱਲਾਹੁ ਅਲੈਹਿ ਵਸੱਲਮ ਕਾਹੂ ਲੈ ਇਨਹਾ ਤੇ ਜਮਾਨਾ ਲੈ ਨਾਨਕ ਸ਼ਹਾਨ। ਹਜ਼ਰਤ ਮੁਹੰਮਦ ਸਾਹਿਬ ਜਿਹੜੇ ਨੇ, ਉਹਨਾਂ ਨੇ ਕੁਰਾਨ ਵਿੱਚ ਇਹ ਸ਼ਬਦ ਲਿਖੇ, ਉਹਨਾਂ ਨੇ ਪਰਮਾਤਮਾ ਨੂੰ ਉਲਾਮਾ ਦਿੱਤਾ ਕਿ ਅਗਰ 900 ਸਾਲ ਬਾਅਦ ਤੁਸੀਂ ਨਿਰੰਕਾਰ ਦੇ ਰੂਪ ਵਿੱਚ ਅਵਤਾਰ ਲੈਣ ਵਾਲੇ ਸੀ ਤੇ ਤੁਸੀਂ ਮੈਨੂੰ ਪਹਿਲੇ ਕਿਉਂ ਭੇਜ ਦਿੱਤਾ।
ਫਿਰ ਉਹਨਾਂ ਨੇ ਆਪਣੀ ਜਿਹੜੀ ਮੁਸਲਮਾਨ ਉਮਤ ਰਈਅਤ ਸੀ ਉਹਨਾਂ ਨੂੰ ਉਪਦੇਸ਼ ਦਿੱਤਾ ਹੈ। ਕੁਰਾਨ ਵਿੱਚ ਲਿਖਿਆ ਗਿਆ ਜਿਹੜਾ ਕਲਾ ਕਲਾ ਰਸੂਲਾ ਅਸਲਲ ਹੈ ਨਾ, ਇਹ ਕੁਰਾਨ ਦੀ ਕਲਾਮ ਹੈ। ਤੇ ਉਹਨਾਂ ਨੇ ਫਿਰ ਉਹਦੇ 'ਚ ਲਿਖਿਆ ਕਿ 900 ਸਾਲ ਬਾਅਦ ਗੁਰੂ ਨਾਨਕ ਅਵਤਾਰ ਲੈਣਗੇ ਅੱਲਾ ਦੇ ਰੂਪ ਵਿੱਚ, ਤੇ ਤੁਸੀਂ ਸਾਰਿਆਂ ਨੇ ਉਹਨਾਂ ਦੇ ਚਰਨੀ ਲੱਗਣਾ, ਉਹਨਾਂ ਨੂੰ ਆਪਣਾ ਪੀਰ ਮੰਨਣਾ। ਔਰ ਇਹ ਜਿਹੜੇ ਗੁਰੂ ਨਾਨਕ ਦੇਵ ਜੀ ਜਿਸ ਵੇਲੇ ਮੱਕੇ ਗਏ ਤੇ ਜਿਹੜੇ 4 ਵੱਡੇ ਇਮਾਮ ਸੀ ਜਿਨ੍ਹਾਂ ਨੇ ਬਹੁਤ ਸਵਾਲ ਜਵਾਬ ਕੀਤੇ, ਉਹਦੇ ਵਿੱਚ ਇੱਕ ਪੀਰ ਬਦਰੁਦੀਨ ਸੀ, ਉਹਨਾਂ ਨੂੰ ਇਸ ਗੱਲ ਦਾ ਪਤਾ ਸੀ। ਔਰ ਉਹ ਕਾਫੀ ਟਾਈਮ ਤੋਂ ਇੰਤਜ਼ਾਰ ਕਰ ਰਹੇ ਸੀ ਕਿ ਜੋ ਮੁਹੰਮਦ ਸਾਹਿਬ ਲਿਖ ਕੇ ਦੇ ਗਏ ਨੇ ਕਦੋਂ ਗੁਰੂ ਨਾਨਕ ਦੇਵ ਜੀ ਆਣਗੇ। ਤੇ ਜਿਸ ਵੇਲੇ ਗੁਰੂ ਨਾਨਕ ਦੇਵ ਜੀ ਮੱਕੇ ਗਏ ਤੇ ਉਹ ਬਦਰੁਦੀਨ ਨੇ ਪਹਿਚਾਨ ਲਿਆ, ਪੀਰ ਬਦਰੁਦੀਨ ਨੇ, ਔਰ ਉਹਨੇ ਕਿਹਾ ਕਿ ਹੁਣ ਇਹ ਜਿਹੜੀ ਕੌਮ ਹੈ ਤੁਸੀਂ ਸੰਭਾਲੋ। ਤੇ ਹਜ਼ਰਤ ਮੁਹੰਮਦ ਸਾਹਿਬ ਸਾਨੂੰ ਕਹਿ ਕੇ ਗਏ ਨੇ, ਲਿਖ ਕੇ ਗਏ ਨੇ ਕਿ ਗੁਰੂ ਨਾਨਕ ਦੇਵ ਜੀ ਧਰਤੀ ਤੇ ਅੱਲਾ ਦਾ ਰੂਪ ਲੈ ਕੇ ਆਣਗੇ ਤੇ ਉਹਨਾਂ ਦੀ ਨਿਸ਼ਾਨੀ ਇਹ ਹੋਏਗੀ ਕਿ ਮੱਕਾ ਵੀ ਉਹਨਾਂ ਨੂੰ ਪ੍ਰਣਾਮ ਕਰੇਗਾ, ਉਹਨਾਂ ਦੇ ਚਰਨਾਂ 'ਚ ਝੁਕ ਜਾਏਗਾ। ਤੇ ਸਾਰੇ ਅਸੀਂ ਇਸ ਸਾਖੀ ਨੂੰ ਜਾਣਦੇ ਹਾਂ ਕਿ ਜਿਸ ਵੇਲੇ ਸ੍ਰੀ ਗੁਰੂ ਨਾਨਕ ਦੇਵ ਜੀ ਉੱਥੇ ਆਰਾਮ ਕਰ ਰਹੇ ਸੀ ਤੇ ਉਹ ਕਾਜੀ ਰੁਕਨਦੀਨ ਨੇ ਜਿਸ ਵੇਲੇ ਕਿਹਾ ਕਿ ਤੁਸੀਂ ਮੱਕੇ ਵੱਲ ਪੈਰ ਕਰਕੇ ਕਿਉਂ ਸੁੱਤੇ ਹੋ, ਤੇ ਉਹਨੇ ਪੈਰ ਘੁਮਾਏ ਤੇ ਉਹ ਮੱਕਾ ਘੁੰਮ ਗਿਆ ਤੇ ਪਹਿਚਾਨ ਗਏ ਉਹ ਕਿ ਇਹ ਇਹੀ ਗੁਰੂ ਨਾਨਕ ਨੇ ਜਿਨ੍ਹਾਂ ਦੇ ਬਾਰੇ ਵਿੱਚ ਸਾਡੇ ਪੀਰ ਨੇ ਲਿਖਿਆ ਹੈ, ਮੁਹੰਮਦ ਸਾਹਿਬ ਨੇ ਲਿਖਿਆ। ਹੁਣ ਥੋੜਾ ਸਾ ਅਸੀਂ ਹੋਰ ਇੱਕ ਕਦਮ ਅੱਗੇ ਵਧਾਂਗੇ, ਗਹਿਰਾਈ ਵਿੱਚ ਜਾਵਾਂਗੇ ਕਿ ਆਪ ਨਾਰਾਇਣ ਕਲਾਧਾਰ ਜਗ ਮੇ ਪਰਵਰਿਓ। ਜਿਹੜਾ ਨਾਰਾਇਣ, ਜਿਹੜਾ ਹਰ ਇੱਕ ਦੇ ਅੰਦਰ ਨਰ ਵਸਿਆ ਹੋਇਆ ਨਾਰਾਇਣ ਹੈ, ਹਰ ਇੱਕ ਨਰ ਦੇ ਅੰਦਰ, ਜੀਵ ਸਜੀਵ ਦੇ ਅੰਦਰ, ਉਹਨੇ ਆਪ ਹੀ ਆਪਣੀ ਕਲਾ ਧਾਰ ਕੇ ਪਰਮਾਤਮਾ ਰੂਪ ਹੋ ਕੇ ਸੰਸਾਰ ਤੇ ਆਣਾ ਕੀਤਾ। ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਨਿਰੰਕਾਰ ਜਿਹਦਾ ਕੋਈ ਆਕਾਰ ਨਹੀਂ ਹੈ, ਉਹਨੇ ਆਕਾਰ ਲੈ ਕੇ ਆਪਣੀ ਜੋਤ ਇਸ ਭੂਮੰਡਲ ਵਿੱਚ ਟਿਕਾਈ। ਹੁਣ ਕਹਿੰਦੇ ਨੇ 6 ਤਰ੍ਹਾਂ ਦੇ ਅਵਤਾਰ ਹੁੰਦੇ ਨੇ। ਇੱਕ ਹੁੰਦੇ ਨੇ ਅੰਸ਼ ਅਵਤਾਰ, ਜਿਸ ਤਰ੍ਹਾਂ ਰਾਜਾ ਜਨਕ ਹੋ ਗਏ, ਮਨੂ ਹੋ ਗਏ, ਰਘੂ ਹੋ ਗਏ। ਇੱਕ ਹੁੰਦੇ ਨੇ ਅਵਸ਼ੇਸ਼ਾ ਅਵਤਾਰ, ਜਿਹੜੇ ਨੋਰਮਲ ਜ਼ਿੰਦਗੀ ਜਿੰਦੇ ਨੇ ਜਿਸ ਤਰ੍ਹਾਂ ਆਪ ਬੰਦਾ ਜ਼ਿੰਦਗੀ ਜਿੰਦਾ, ਲੇਕਿਨ ਸਾਧਨਾ ਕਰਦੇ ਕਰਦੇ ਹੌਲੀ ਹੌਲੀ ਉਹਨਾਂ ਦੇ ਪਾਵਰਸ ਐਕਟੀਵੇਟ ਹੋ ਜਾਂਦੇ ਨੇ, ਉਹਨਾਂ ਦੀਆਂ ਸ਼ਕਤੀਆਂ ਜਾਗ ਜਾਂਦੀਆਂ ਨੇ। ਇੱਕ ਹੁੰਦੇ ਨੇ ਕਲਾ ਅਵਤਾਰ, ਜਿਸ ਤਰ੍ਹਾਂ ਅਸੀਂ ਰਾਮਚੰਦਰ ਜੀ ਨੂੰ 16 ਕਲਾ ਸੰਪੂਰਨ ਕਹਿੰਦੇ ਆ, ਕ੍ਰਿਸ਼ਨ ਜੀ ਨੂੰ ਅਸੀਂ 18 ਕਲਾ ਸੰਪੂਰਨ ਕਹਿੰਦੇ ਆ, ਔਰ ਗੁਰੂ ਨਾਨਕ ਦੇਵ ਜੀ ਨੂੰ ਸਰਵ ਕਲਾ ਸੰਪੂਰਨ ਸਮਰੱਥ ਅਵਤਾਰ ਕਿਹਾ ਜਾਂਦਾ ਹੈ। ਇੱਕ ਹੁੰਦੇ ਨਿਤ ਅਵਤਾਰ, ਜਿਹੜੇ ਸੰਤ ਮਹਾਂਪੁਰਸ਼ ਜਿਹੜੇ ਧਰਤੀ ਤੇ ਆਂਦੇ ਨੇ ਔਰ ਆਂਦੇ ਹੀ ਰਹਿੰਦੇ ਨੇ ਹਰ ਸਮੇਂ। ਨਿਤ ਅਵਤਾਰ ਹਰ ਸਮੇਂ ਧਰਤੀ ਤੇ ਰਹਿੰਦੇ ਨੇ। ਅਗਰ ਨਿਤ ਅਵਤਾਰ ਨਾ ਹੋਣ ਤੇ ਧਰਤੀ ਉਸੇ ਵੇਲੇ ਹੀ ਪ੍ਰਲय ਹੋ ਜਾਏ। ਨਿਤ ਅਵਤਾਰ ਧਰਤੀ ਤੇ ਰਹਿੰਦੇ ਨੇ, ਮਹਾਂਪੁਰਸ਼ ਸੰਤ ਅਵਤਾਰ ਲੈਂਦੇ ਰਹਿੰਦੇ ਨੇ। ਤੇ ਇਹ ਇਸ ਤਰ੍ਹਾਂ ਹੀ ਹੈ ਜਿਸ ਤਰ੍ਹਾਂ ਕੋਈ ਜੇਲ੍ਹ ਹੁੰਦੀ ਹੈ ਤੇ ਜੇਲ੍ਹ ਵਿੱਚ ਜਿਹੜੇ ਤੇ ਪੜ੍ਹਾਈ ਕਰਕੇ ਆਈਐਸ ਆਫੀਸਰ ਅਫਸਰ ਬਣ ਜਾਂਦੇ ਨੇ, ਜਾਂ ਉਹਨਾਂ ਤੇ ਕੋਈ ਜੇਲ੍ਹ 'ਚ, ਉਹ ਇਸ ਕਰਕੇ ਨਹੀਂ ਜੇਲ੍ਹ 'ਚ ਜਾਂਦੇ ਕਿ ਉਹਨਾਂ ਨੇ ਕੋਈ ਅਪਰਾਧ ਕੀਤਾ ਜਾਂ ਪਾਪ ਕੀਤਾ, ਉਹ ਜੇਲ੍ਹ 'ਚ ਜਾਂਦੇ ਨੇ ਔਰ ਉਹ ਜਿਹੜੇ ਕੈਦੀ ਹੁੰਦੇ ਨੇ, ਜਿਹੜੇ ਅੱਛਾ ਵਿਵਹਾਰ ਕਰਦੇ ਨੇ, ਜਿਹੜਾ ਸਹੀ ਰਹਿੰਦੇ ਨੇ, ਉਹਨਾਂ ਨੂੰ ਛੁਡਵਾ ਕੇ ਲੈ ਆਉਂਦੇ ਨੇ। ਜਿਸ ਤਰ੍ਹਾਂ ਕਿ ਡਾਕਟਰ ਜਾਂਦਾ, ਉਹ ਇਲਾਜ ਕਰਨ ਜਾਂਦਾ, ਜੇਲਰ ਜਾਂਦਾ, ਉਹ ਰਾਉਂਡ ਤੇ ਜਾਂਦਾ, ਆਫੀਸਰ ਜਾਂਦੇ ਨੇ, ਲੇਕਿਨ ਉਹਨਾਂ ਕੋਲ ਪਾਵਰਸ ਹੁੰਦੀਆਂ ਨੇ, ਉਹ ਜੇਲ੍ਹ ਵਿੱਚ ਆਪਣੀ ਮਰਜ਼ੀ ਨਾਲ ਜਾਂਦੇ ਨੇ। ਐਸੇ ਤਰ੍ਹਾਂ ਜਿਹੜੇ ਨਿਤ ਅਵਤਾਰ ਹੁੰਦੇ ਨੇ ਉਹ ਆਪਣੀ ਮਰਜ਼ੀ ਨਾਲ ਧਰਤੀ ਤੇ ਆਉਂਦੇ ਨੇ ਔਰ ਜਿਹੜੇ ਇਸ ਰਸਤੇ ਤੇ ਚੱਲ ਰਹੇ ਹੁੰਦੇ ਨੇ ਉਹਨਾਂ ਦਾ ਮਾਰਗਦਰਸ਼ਨ ਕਰਕੇ ਉਹਨਾਂ ਨੂੰ ਛੁਡਵਾ ਕੇ ਲੈ ਜਾਂਦੇ ਨੇ। ਨਮਿਤ ਅਵਤਾਰ, ਕਿਸੇ ਕਾਰਨ ਨਾਲ ਜਿਹੜਾ ਅਵਤਾਰ ਹੁੰਦਾ ਹੈ, ਜਿਸ ਤਰ੍ਹਾਂ ਨਰਸਿੰਘ ਅਵਤਾਰ, ਵਰਾ ਅਵਤਾਰ, ਮਤस्य ਅਵਤਾਰ, ਉਹ ਉਹਨਾਂ ਨੂੰ ਨਮਿਤ ਅਵਤਾਰ ਕਿਹਾ ਜਾਂਦਾ ਹੈ। ਪੂਰਨ ਅਵਤਾਰ, ਜਿਸ ਤਰ੍ਹਾਂ ਸ਼੍ਰੀ ਰਾਮਚੰਦਰ ਜੀ ਔਰ ਸ਼੍ਰੀ ਕ੍ਰਿਸ਼ਨ ਜੀ ਹੋਏ, ਇਹਨਾਂ ਨੂੰ ਪੂਰਨ ਅਵਤਾਰ ਕਿਹਾ ਜਾਂਦਾ ਹੈ। ਹੁਣ ਜਿੰਨੇ ਵੀ ਅਵਤਾਰ ਹੋਏ ਉਹਨਾਂ ਦੇ ਗੁਰੂ ਹੋਏ ਨੇ ਕੋਈ ਨਾ ਕੋਈ। ਸ਼੍ਰੀ ਰਾਮਚੰਦਰ ਜੀ ਦੇ ਗੁਰੂ ਹੋਏ ਨੇ ਵਾਲਮੀਕੀ, ਸ਼੍ਰੀ ਕ੍ਰਿਸ਼ਨ ਜੀ ਦੇ ਗੁਰੂ ਹੋਏ ਨੇ ਸੰਦੀਪਨੀ ਗੁਰੂ, ਲੇਕਿਨ ਗੁਰੂ ਨਾਨਕ ਦੇਵ ਜੀ ਦਾ ਕੋਈ ਗੁਰੂ ਨਹੀਂ, ਉਹ ਆਪ ਹੀ ਨਿਰੰਕਾਰ ਧਰਤੀ ਤੇ ਆਏ। ਹੁਣ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਧਰਤੀ ਤੇ ਆ ਕੇ ਜੋ ਵੀ ਕੌਤਕ ਕੀਤੇ ਤੇ ਉਹਨਾਂ ਨੇ ਸਭ ਤੋਂ ਪਹਿਲੀ ਜਿਹੜੀ ਬਾਣੀ ਉਚਾਰੀ ਜਪਜੀ ਸਾਹਿਬ ਦੀ ਬਾਣੀ, ਜਪ ਜੀ ਸਾਹਿਬ। ਜਪ ਬਾਣੀ ਦਾ ਨਾਮ ਹੈ ਜੀ, ਅਸੀਂ ਆਦਰ ਨਾਲ ਜਪਜੀ ਕਹਿੰਦੇ ਆ, ਜਪਜੀ ਸਾਹਿਬ ਕਹਿੰਦੇ ਆ। ਔਰ ਜਿਸ ਵੇਲੇ ਸਿੱਧਾਂ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਨਾਲ ਬਹੁਤ ਸਵਾਲ ਜਵਾਬ ਕੀਤੇ ਹਰ ਤਰ੍ਹਾਂ ਦੇ ਅਧਿਆਤਮ ਦੇ, ਤੇ ਉਹ ਗੁਰੂ ਸਾਹਿਬ ਨੇ ਉਹਨਾਂ ਨੂੰ ਜਿਹੜੇ ਸਵਾਲਾਂ ਦੇ ਜਵਾਬ ਦਿੱਤੇ, ਉਹ ਸਾਰੀ ਬਾਣੀ ਜਿਹੜੀ ਹੈ ਉਹਨੂੰ ਫਿਰ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਪਿੱਛੋਂ ਇੱਕ ਸ਼੍ਰੰਖਲਾਬੱਧ ਕਰਕੇ ਤਰਤੀਬ ਦੇ ਕੇ ਔਰ ਜਪਜੀ ਸਾਹਿਬ ਨੂੰ ਬਹੁਤ ਵਾਰ ਦਿੱਤੇ ਔਰ ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਫਿਰ ਸਾਰੀ ਬਾਣੀ ਦਾ ਖਜ਼ਾਨਾ ਸੌਂਪਿਆ ਤੇ ਦੱਸਿਆ ਕਿ ਜਪਜੀ ਸਾਹਿਬ ਦਾ ਕੀ ਮਹਾਤਮ ਹੈ। ਇਹ ਅਸੀਂ ਅੱਗੇ ਲਵਾਂਗੇ। ਤੇ ਜਿਹੜਾ ਲੋਕਾਂ ਨੂੰ ਇਹ ਲੱਗਦਾ ਹੈ ਕਿ ਅਸੀਂ ਧਿਆਨ ਕਰ ਰਹੇ ਹਾਂ ਤੇ ਸ਼ਾਇਦ ਅਸੀਂ ਪਾਠ ਨਹੀਂ ਕਰਨਾ, ਜਾਂ ਪਾਠ ਕਰ ਰਹੇ ਹਾਂ ਤੇ ਕੁਝ ਗਲਤ ਤੇ ਨਹੀਂ ਕਰ ਰਹੇ, ਇਸ ਕਰਕੇ ਮੈਂ ਬਾਣੀ ਦਾ ਨਾਲ ਨਾਲ ਲਵਾਂਗੀ
कि बाणी नाल ही सानू समझ आएगी, बिना बाणी तो सानू कुछ समझ ही नहीं आएगी। ते बाणी जरूर पढ़नी चाहिए, मन लगा के श्रद्धा नाल बाणी पढ़नी चाहिए, ताकि सानू समझ आए कि गुरुआं ने सानू सिद्धांत की दिते ने। ते गुरु साहब ने बाणी का खजाना श्री गुरु अंगद देव जी ਨੂੰ सौंप दिता। और श्री गुरु अंगद देव जी जिस वेले ਸਿੰਘਾਸਨ ਤੇ विराजमान होए, गुरु नानक देव जी ने उन्होंने अपनी गद्दी ते बिठाया, ਤੇ ਉਹਨਾਂ ਦੇ ਮਨ ਵਿੱਚ ਆਇਆ ਕਿ ਗੁਰੂ, ਮੇਰੇ ਗੁਰੂ ਨੇ ਇੰਨੇ ਕੌਤਕ ਕੀਤੇ, ਸਾਰੀ ਸ੍ਰਿਸ਼ਟੀ ਦਾ ਭ੍ਰਮਣ ਕੀਤਾ, ਤੇ ਕੋਈ ਮੈਨੂੰ ਗੁਰੂ ਨਾਨਕ ਦੇਵ ਜੀ ਦੀਆਂ ਸਾਖੀਆਂ ਸੁਣਾਏ। ਤੇ ਉਸ ਵੇਲੇ ਬਾਬਾ ਬੁੱਢਾ ਜੀ ਨੇ ਕਿਹਾ ਕਿ ਐਸਾ ਸਿੱਖ ਬਾਲਾ ਸੰਧੂ ਹੈ ਜਿਨੇ ਪੂਰੀ ਯਾਤਰਾ ਸ਼੍ਰੀ ਗੁਰੂ ਨਾਨਕ ਦੇਵ ਜੀ ਨਾਲ ਕੀਤੀ ਹੈ, ਉਹ ਤੁਹਾਨੂੰ ਸੁਣਾ ਸਕਦਾ। ਤੇ ਫਿਰ ਉਹਨਾਂ ਨੇ ਬਾਲਾ ਸੰਧੂ ਨੂੰ ਬੁਲਾਇਆ ਔਰ ਸ਼੍ਰੀ ਗੁਰੂ ਅੰਗਦ ਦੇਵ ਜੀ ਨੇ ਸਾਰੀਆਂ ਸਾਖੀਆਂ ਸੁਣੀਆਂ। ਪੈੜਾ ਮੋਖਾ ਜਿਹੜਾ ਇੱਕ ਖੱਤਰੀ ਸਿੱਖ ਹੋਇਆ, ਉਹਨੇ ਉਹ ਸਾਰੀ ਲਿਖੀ ਜਨਮ ਸਾਖੀ। ਔਰ ਉਹ ਜਿਹੜੀ ਜਨਮ ਸਾਖੀ ਪੰਜਾਬੀ ਵਿੱਚ ਔਰ ਹਿੰਦੀ ਵਿੱਚ ਮਿਲਦੀ ਹੈ, ਜਿਹਨੂੰ ਭਾਈ ਬਾਲੇ ਦੀ ਪੁਰਾਤਨ ਜਨਮ ਸਾਖੀ ਕਿਹਾ ਜਾਂਦਾ ਹੈ। ਉਹਦੇ ਵਿੱਚ ਸਾਰੀਆਂ ਸਾਖੀਆਂ ਇਹ ਲਿਖੀਆਂ ਗਈਆਂ, ਜਿਹੜੀਆਂ ਮੈਂ ਤੁਹਾਡੇ ਨਾਲ ਵਿੱਚ ਸ਼ੇਅਰ ਕਰਾਂਗੀ। ਔਰ ਇਹ ਜਨਮ ਸਾਖੀ ਆਡੀਓ ਬੁੱਕ ਵੀ ਹੈ, ਕੁਲਦੀਪ ਥਿੰਡ ਜੀ ਨੇ ਇਹਦੀ ਆਡੀਓ ਬੁੱਕ ਵੀ ਬਣਾਈ ਹੈ ਪੂਰੀ, ਤੇ ਕੋਈ ਸੁਣ ਵੀ ਸਕਦਾ। ਹੁਣ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਜਿਸ ਵੇਲੇ ਵੇਈ ਨਦੀ ਵਿੱਚੋਂ ਬਾਹਰ ਆਏ ਨਿਰੰਕਾਰ ਦੇ ਦੇਸ਼ ਚ ਹੋ ਕੇ, ਤੇ ਸਭ ਤੋਂ ਪਹਿਲਾ ਜਿਹੜਾ ਸ਼ਬਦ ਉਹਨਾਂ ਨੇ ਉਚਾਰਨ ਕੀਤਾ ਇੱਕ ਓੰਕਾਰ, ਕਿ ਉਹ ਪਰਮਾਤਮਾ ਇੱਕ ਹੈ, ਇੱਕ ਓੰਕਾਰ ਹੈ। ਤੇ ਜਿਸ ਵੇਲੇ ਸਿੱਧਾ ਨਾਲ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਗੋਸ਼ਟ ਹੋਈ, ਤੇ ਸਿੱਧਾ ਨੇ ਫਿਰ ਗੁਰੂ ਨਾਨਕ ਦੇਵ ਜੀ ਨੂੰ ਇੱਕ ਓੰਕਾਰ ਨੂੰ ਲੈ ਕੇ ਬਹੁਤ ਸਵਾਲ ਪੁੱਛੇ ਕਿ ਓਮ ਤੇ ਪਹਿਲੇ ਹੀ ਸੀ, ਅਸੀਂ ਓਮ ਦਾ ਜਾਪ ਕਰ ਰਹੇ ਸੀ, ਉਹ ਤੇ ਅਨਹਦ ਧੁਨੀ ਸਾਰੀ ਬ੍ਰਹਿਮੰਡ ਵਿੱਚ ਗੂੰਜ ਰਹੀ ਹੈ, ਤੇ ਤੁਸੀਂ ਸੌਰੀ ਤੇ ਤੁਸੀਂ ਉਹਦੇ ਅੱਗੇ ਇੱਕ ਕਿਉਂ ਲਗਾਇਆ ਔਰ ਕਾਰ ਕਿਉਂ ਲਗਾਇਆ। ਤੇ ਸ਼੍ਰੀ ਗੁਰੂ ਜੀ ਨੇ ਉਹਨਾਂ ਨੂੰ ਫਿਰ ਸ਼ਬਦ ਨਾਲ ਉੱਤਰ ਦਿੱਤਾ ਕਿ ਉਤਪਤ ਪਰਲੋ ਸ਼ਬਦੇ ਹੋਵੇ, ਸ਼ਬਦੇ ਹੀ ਫਿਰ ਉਪਤ ਹੋਵੇ, ਕਿ ਸੰਸਾਰ ਦੀ ਉਤਪਤੀ ਔਰ ਪਰਲੇ ਸ਼ਬਦ ਨਾਲ ਹੁੰਦੀ ਹੈ, ਔਰ ਸ਼ਬਦ ਨਾਲ ਹੀ ਫਿਰ ਦੁਬਾਰਾ ਸੰਸਾਰ ਬਣ ਜਾਂਦਾ ਹੈ। ਹੁਣ ਸ਼੍ਰੀ ਗੁਰੂ ਨਾਨਕ ਦੇਵ ਜੀ ਉੱਥੇ ਸਿੱਧਾ ਨੂੰ ਇਹ ਦੱਸ ਰਹੇ ਨੇ ਕਿ ਇਹ ਸ੍ਰਿਸ਼ਟੀ ਬਣੀ ਕਿਸ ਤਰ੍ਹਾਂ। ਇੰਨੀ ਹੈਰਾਨੀ ਹੁੰਦੀ ਕਿ ਹਰ ਚੀਜ਼ ਖੋਲ ਖੋਲ ਕੇ ਗੁਰੂਆਂ ਨੇ ਲਿਖੀ ਹੈ, ਲੇਕਿਨ ਸਾਨੂੰ ਕੁਝ ਵੀ ਪਤਾ ਨਹੀਂ ਹੈ। ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਜਿਹੜਾ ਕਿਹਾ ਕਿ ਪਵਨ ਗੁਰੂ ਪਾਣੀ ਪਿਤਾ, ਹੁਣ ਇੱਥੇ ਉਹੀ ਚੀਜ਼ ਨੂੰ ਖੋਲ ਕੇ ਦੱਸ ਰਹੇ ਨੇ, ਸਾਚੇ ਤੇ ਪਵਨਾ ਭਇਆ ਪਵਨੇ ਤੇ ਜਲ ਹੋਈ, ਕਿ ਉਸ ਪਰਮਾਤਮਾ ਨੇ ਪਹਿਲੇ, ਸਭ ਤੋਂ ਪਹਿਲੇ ਜਿਸ ਵੇਲੇ ਉਹਦੇ ਉਹਨੇ ਚਾਹਿਆ ਕਿ ਇਹ ਸ੍ਰਿਸ਼ਟੀ ਬਣੇ, ਤੇ ਉਸ ਵੇਲੇ ਸਭ ਤੋਂ ਪਹਿਲੇ ਪਵਨ ਹੋਈ, ਫਿਰ ਪਵਨ ਤੋਂ ਫਿਰ ਪਾਣੀ ਬਣਿਆ, फिर उस पानी तो सारी सृष्टि पैदा हुई, जो जल जीव थल जीव मनुष्य सारे उस पानी तो सृष्टि सारी पैदा हुई। और घट घट विच जो जो पैदा किया परमात्मा ने, ओदे विच परमात्मा समा गया। ते इत्थे सिद्धा नूं श्री गुरु नानक देव जी कह रहे ने, जिन्हों अज साइंस बिग बैंग थ्योरी कहंदी कि एक धमाका होया और सृष्टि बन गई, जिन्हों शब्द कहा जाता है। ते कहंदे सब तो पहले पवन जिहड़ी ओ पैदा हुई, और पवन तो फिर पानी पैदा होया। ते साइंस ये कहंदी है कि पानी जिहड़ा है ओदे अंदर जीवन है, लेकिन श्री गुरु नानक देव जी ने कहा नहीं, पानी दे अंदर जीवन नहीं है, पानी ही जीव है। और अज उस चीज नूं साइंस ने प्रूव किया, मन्निया, और अज असी गंगा जल कहने आ। ते अज कोर्ट ने भी यह फैसला किया कि गंगा एक आइडेंटिटी है, खाली पानी नहीं है, ते ओदे पूरे अधिकार ने। ते पानी श्री गुरु नानक देव जी ने कहा कि पानी जिहड़ा है वो आप ही जीव है, पहला पानी जियो है जित हरिया सब कोई, पानी ही जीव है। और इहदे ते इन्नी रिसर्च होई है, तुसीं सारे जानते हो, डॉक्टर मसारू इमोटो जिहड़े ने उन्हां ने पानी ते खूब रिसर्च कीती कि पानी किस तरह साडी एनर्जी नूं, साडे थॉट्स नूं, साडे वर्ड्स नूं, ओदी ऊर्जा नूं एब्जॉर्ब कर लैंदा है, ते फिर ओही साडे ते असर हुंदा है। हुण कहंदे ने कि जिस वेले पानी दीयां बूंदां और हवा आपस विच टकराए, ते एक ब्लास्ट होया, एक आवाज निकली, जिन्हों ब्रह्मांड की आवाज कहा जाता है। ते वो टकरान नाल आवाज और लाइट इकट्ठे एकदम निकले, जिस तरह असीं देखने हैं कि बदल कड़कदे ने ते बिजली चमकदी है। इसे तरह वो गैस, पानी और जिहड़ा गैस है, जिहड़ी हवा है, वो टकराई जिस वेले, ते साउंड और लाइट जिहड़े ने, शब्द और प्रकाश उत्पन्न होया उहदे तो। ते श्री गुरु नानक देव जी ने सिद्धा नूं सिर्फ इन्ना ही नहीं दसिया कि सृष्टि पैदा किस तरह हुई, उन्होंने दसिया कि बिग बैंग थ्योरी तो पहले की सी,
ਖਾਲੀ ਬਿਗ ਬੈਂਗ ਥਿਉਰੀ ਨਹੀਂ, ਉਹਨਾਂ ਨੇ ਬਹੁਤ ਵੱਡਾ ਸ਼ਬਦ ਹੈ, ਮੈਂ ਥੋੜਾ ਥੋੜਾ ਲੈ ਰਹੀ ਹਾਂ, ਤੁਸੀਂ ਆਪ ਸ਼ਬਦ ਨੂੰ ਪੜ੍ਹਨਾ ਤੇ ਤੁਹਾਨੂੰ ਪੂਰਾ ਅਰਥ ਸਮਝ ਆ ਜਾਏਗਾ। ਮੈਂ ਸਿਰਫ ਥੋੜਾ ਤੁਹਾਡਾ ਰੁਚੀ ਜਿਹੜੀ ਹੈ ਉਹ ਬਣੇ ਬਾਣੀ ਵਿੱਚ, ਉਹਦੇ ਕਰਕੇ ਥੋੜਾ ਥੋੜਾ ਲਿਆ। ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਬਿਗ ਬੈਂਗ ਥਿਉਰੀ ਤੋਂ ਪਹਿਲੇ ਕੀ ਸੀ, ऐसा नहीं कि कुछ भी नहीं सी, उस तो पहले भी सी। ते ओदे विच फिर श्री गुरु नानक देव जी ने पूरा शब्द उच्चारण किया कि अरबद नरबद तुंदुकारा, कि उस टाइम कुछ भी नहीं सी। धरन ना गगना हुक्म अपारा, ना कोई धरती सी ना गगन सी, ना दिन रैन ना चंद ना सूरज, ना दिन ना रात ना चंद्रमा ना सूरज, सुन समाध लगांदा परमात्मा आप ही सुन समाधि विच लगा, सुन समाधि लगा के बैठा होया सी। खानी ना बानी पौन ना पानी, ना कोई जीव सन ना जंतु सन, ना कोई पवन सी ना कोई पानी सी, उपत खपत ना आवन जानी, ना कोई सृष्टि बनी ना कोई आ रही सी ना कोई जा रही सी, खंड पताल सपत नहीं, सागर नदी ना नीर वहाएंदा, कोई खंड पताल कुछ सी ही नहीं। बिग बैंग थ्योरी तो पहले परमात्मा आप ही अपनी समाधि विच स्थित सी, और जिस वेले परमात्मा दे मन विच आया कि हुण सृष्टि पैदा कीती जाए, ਤਾਂ ਇੱਕ ਸ਼ਬਦ ਨਾਲ ਹੀ ਸ੍ਰਿਸ਼ਟੀ ਜਿਹੜੀ ਹੈ ਉਹ ਪੈਦਾ ਹੋ ਗਈ, ਜਿਹਨੂੰ ਬਿਗ ਬੈਂਗ ਥਿਉਰੀ ਅੱਜ ਸਾਇੰਸ ਕਹਿੰਦੀ ਹੈ। ਤੇ ਸਾਇੰਸ ਅਜੇ ਉੱਥੋਂ ਤੱਕ ਪਹੁੰਚੀ ਵੀ ਨਹੀਂ ਹੈ ਜਿੱਥੋਂ ਜੋ ਗੁਰੂ ਨਾਨਕ ਦੇਵ ਜੀ ਨੇ ਬਾਣੀ ਸਾਨੂੰ ਲਿਖ ਕੇ ਦਿੱਤਾ, ਪੂਰੇ ਬ੍ਰਹਿਮੰਡ ਦਾ ਕੀ ਬ੍ਰਹਿਮੰਡ ਵਿੱਚ ਕੀ ਕਿਸ ਤਰ੍ਹਾਂ ਹੈ, ਕਿੱਥੇ ਕੀ ਹੈ, ਪੂਰਾ ਨਕਸ਼ਾ ਬ੍ਰਹਿਮੰਡ ਦਾ ਤੇ ਕੌਣ ਦੱਸ ਸਕਦਾ, ਜਿਹੜਾ ਜਿਨੇ ਬਣਾਇਆ ਉਹੀ ਦੱਸ ਸਕਦਾ। फिर सिद्धा ने सवाल किया कि ओम ते पहले ही सी, असी ओम दा उच्चारण करने आ ते ओम ते पहले ही सी, ते तुसी एक ओंकार क्यों किया, एक भी लगाया और पीछे कार भी लगाया, एदा की अर्थ है। ते फिर ओ श्री गुरु नानक देव जी ने सिद्धा नू एक ओंकार दा अर्थ समझाया कि ओम जेड़ा है ओ त्रिगुण दा, तीन गुणा दा प्रतीक है। ओम विच तीन शब्द आंदे ने, ए यू एम। ओम जेड़ा है वो ब्रह्मा जी का सूचक है, जेड़ा कि सृष्टि का सृजन करता है। यू जेड़ा है ओनू ओ दी आवाज जेड़ी आंदी है उकार, ओनू उकार किया जाता है। आकार मतलब ब्रह्मा जी का सूचक है, ओम दे जेड़े तीन अक्षर ने। उकार विष्णु जी का सूचक है और मकार शिवजी जी का सूचक है, ते तीनों मिला के बनता ओम। ते फिर श्री गुरु नानक देव जी ने कहा कि कार जेड़ा है, निरंकार जेड़ा एक ओंकार, कार जेड़ा है वो निरंकार दा सूचक है। कार मतलब लकीर जेड़ी कदी भी खत्म नहीं होंदी। और उन्होंने कहा कि तुसी कहंदे हो ओम, तीन ने सृष्टि चलाने वाले, लेकिन उन्हां तिन्नां नूं बनाने वाला कौन है? उन्हां तिन्नां नूं बनाने वाला जेड़ा है, जिहदे ध्यान विच तीनों बैठे हुए ने, उन्हां तिन्नां नूं बनाने वाला जेड़ा एक है, जिन्हें इन्हां तिन्नां नूं बनाया, एक तो ए तीन बने, और ओ जेड़ी परम शक्ति है वो एक है। ते इस वास्ते एक ओंकार जेड़ा है वो शब्द दिता श्री गुरु नानक देव जी ने। और उत्थे श्री गुरु नानक देव जी ने एक लिखिया नहीं, गणित दा एक लगाया, ताकि इहदा कोई दूजा मतलब ना कढ सके, क्योंकि इंसान दी आदत है अपने हिसाब नाल मतलब कढ लैंदा। ते उन्होंने एक लगाया कि कोई होर इहदा मतलब ना कढ सके। ते उन्होंने कहा जेड़ा सारी सृष्टि नूं बनाउण वाला है, जेड़ा अवतारां नूं देवी देवतियां नूं बनाउण वाला है, वो परम शक्ति एक ही है। और अज साइंस इस गल नूं प्रूव करदी है कि जेड़ा ब्रह्मांड है 99.99999% खाली स्पेस ही है। और वो तीन जड़ियां शक्तियां जिन्हों असी ब्रह्मा विष्णु महेश कहने, अज साइंस ओनू प्रोटॉन न्यूरॉन्स और इलैक्ट्रॉन्स कहती है कि इन्हां तिन्नां नाल जिहड़ी सृष्टि है वो बनी है, कि यह जिहड़े प्रोटॉन न्यूरॉन्स और इलैक्ट्रॉन्स ने, इन्हां नाल ही सारी सृष्टि बनी। अज क्वांटम साइंस जिहड़ी इस गल नूं प्रूव करदी है। और जिहड़े एटम ने इन्हां दे अंदर, उन्हां दे अंदर इन्नी खाली स्पेस है कि स्पेस दे अंदर ही सब कुछ है। ते श्री गुरु नानक देव जी ने फिर एक ओंकार तो शुरू किया, एक ओंकार तो, कि यह जिहड़ा बीज मंत्र दिता सानू, ते एदा जिहड़ा विस्तार किया कि वो एक कौन है, ओदे की गुण ने, फिर ओनू मूल मंत्र विच पिरोया, जिन्हों असी जपजी साहब की जिहड़ी बानी है उहदी शुरुआत विच आंदा है। ते कहंदे ने कि एक ओंकार जिहड़ा शब्द है ओदा विस्तार मूल मंत्र है, एक ओंकार बीज मंत्र किया जाता है, और ओदा विस्तार मूल मंत्र है। और मूल मंत्र का विस्तार पूरा साहिब श्री गुरु ग्रंथ साहब 1430 पन्ने ने, जिहड़ा सिर्फ मूल मंत्र का विस्तार किया गया। ते जिन्हें उस एक ओंकार नूं ही पकड़ के समझ लिया, उन्हें सब कुछ जान लिया, सब कुछ समझ लिया। क्योंकि जिन्हों यह समझ आ गई
कि ਉਹ ਇੱਕ ਹੀ ਸਾਰਿਆਂ ਵਿੱਚ ਹੈ, ਉਹ ਬ੍ਰਹਮ ਗਿਆਨੀ ਹੋ ਗਿਆ। ਹੁਣ ਉਹ ਜਿਹੜਾ ਕਿਸ ਜਗ੍ਹਾ ਤੇ ਸਾਨੂੰ ਜਾ ਕੇ ਸਮਝ ਆਏਗੀ, ਕਿਸ ਜਗ੍ਹਾ ਸਾਡੀ ਜਾਗ੍ਰਿਤੀ ਹੋਏਗੀ, ਉਹ ਉਹਨਾਂ ਨੇ ਬਾਣੀ ਵਿੱਚ ਸਾਰੇ ਫਿਰ ਸਾਨੂੰ ਰਸਤੇ ਦੱਸੇ। ਤੇ ਸਤਨਾਮ, ਜਿਹਦਾ ਨਾਮ ਹਮੇਸ਼ਾ ਸਤ ਹੈ, ਜਿਹੜਾ ਪਹਿਲੇ ਵੀ ਸੀ, ਹੁਣ ਵੀ ਹੈ, ਅੱਗੋਂ ਵੀ ਰਹੇਗਾ, ਜਿਹੜਾ ਕਦੀ ਹਮੇਸ਼ਾ ਹਮੇਸ਼ਾ ਵਾਸਤੇ ਵੇ, ਉਹ ਸਤਨਾਮ। ਕਰਤਾ ਪੁਰਖ, ਉਹ ਸਭ ਨੂੰ ਬਣਾਉਣ ਵਾਲਾ ਹੈ। ਜਿਸ ਤਰ੍ਹਾਂ ਇੱਕ ਫੈਕਟਰੀ ਵਿੱਚ ਕੋਈ ਪ੍ਰੋਡਕਟ ਬਣਦਾ ਹੈ, ਲੇਕਿਨ ਫੈਕਟਰੀ ਦਾ ਮਾਲਕ ਜਿਹੜਾ ਉਹ ਪ੍ਰੋਡਕਟ ਦੇ ਅੰਦਰ ਨਹੀਂ ਰਹਿੰਦਾ। ਅਗਰ ਕਿਸੇ बिल्डर ने मकान बनाया है या किसी चित्रकार ने तस्वीर बनाई है, तस्वीर अलग हो गई, चित्रकार अलग हो गया, लेकिन श्री गुरु नानक देव जी जो परमात्मा दे मूल मंत्र च 9 गुण दस रहे ने, वो कह रहे ने करता पुरख, उन्हें बनाया लेकिन हर चीज विच आप समा गया और ओनू चला भी रहा। निर्भो, ओनू किसी दा डर नहीं है, क्योंकि ਉਹਦੇ ਤੋਂ ਉੱਤੇ ਕੋਈ ਹੈ ਹੀ ਨਹੀਂ। ਨਿਰਵੈਰ, ਉਹਦਾ ਕਿਸੇ ਨਾਲ ਵੈਰ ਵੀ ਨਹੀਂ ਹੈ। ਅਗਰ ਇਹਨੂੰ ਗਹਿਰਾਈ ਵਿੱਚ ਅਸੀਂ ਸਮਝਾਂਗੇ, ਮੈਂ ਥੋੜਾ ਥੋੜਾ ਤੁਹਾਨੂੰ ਦੱਸ ਰਹੀ, ਕਿਉਂਕਿ ਮੈਂ ਕੋਈ ਕਥਾਵਾਚਕ ਨਹੀਂ ਆ, ਮੈਨੂੰ ਤੇ ਜੋ ਇਨਸਾਈਟਸ ਆਈਆਂ ਮੈਂ ਉਹੀ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ। ਤੇ ਬਹੁਤ ਗਹਿਰੀ ਬਾਣੀ ਹੈ। ਮੈਂ ਤੇ ਪਹਿਲੇ ਬਹੁਤ ਡਰਦੀ ਸੀ ਕਿ ਮੈਂ ਇਹ ਕੰਮ ਨਹੀਂ ਕਰ ਸਕਦੀ, ਲੇਕਿਨ ਪਤਾ ਨਹੀਂ ਪਰਮਾਤਮਾ ਨੇ ਸ਼ਾਇਦ ਮੇਰੇ ਕੋਲੋਂ ਇਹੀ ਕਰਾਣਾ ਸੀ। ਨਿਰਵੈਰ, ਉਹਦਾ ਕਿਸੇ ਨਾਲ ਵੈਰ ਨਹੀਂ ਹੈ। ਅਗਰ ਤੁਸੀਂ ਬਾਣੀ ਸੁਣੋ ਤੇ ਉਹਦੇ ਚ ਜਿਸ ਵੇਲੇ ਭੱਟਾਂ ਦੇ ਸਵਈਏ ਆਉਂਦੇ ਨੇ, ਉਹਦੇ ਚ ਆਂਦਾ ਹੈ ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਿਰਤਾਰਥ ਕੀਓ। ਐ ਨਹੀਂ ਕਿ ਕੰਸ ਨੂੰ ਮਾਰ ਦਿੱਤਾ, ਨਹੀਂ। ਦੁਆਪਰ ਕ੍ਰਿਸ਼ਨ ਮੁਰਾਰ, ਕ੍ਰਿਸ਼ਨ ਭਗਵਾਨ ਮੁਰਾਰੀ ਜਿਹੜੇ ਨੇ, ਉਹਨਾਂ ਨੇ ਕੰਸ ਨੂੰ ਕਿਰਤਾਰਥ ਕੀਤਾ, ਕਿਉਂਕਿ ਪਰਮਾਤਮਾ ਦਾ ਕਿਸੇ ਨਾਲ ਵੈਰ ਹੈ ਹੀ ਨਹੀਂ। ਜਿਸ ਵੇਲੇ ਰਾਮਚੰਦਰ ਜੀ ਨੇ ਰਾਵਣ ਦਾ ਵੱਧ ਕੀਤਾ ਤੇ ਲਕਸ਼ਮਣ ਨੂੰ ਕਿਹਾ ਜਾ ਕੇ ਉਹਦੇ ਕੋਲੋਂ ਗਿਆਨ ਲੈ ਕੇ ਆ, ਤੇ ਰਾਵਣ ਨੇ ਦਿੱਤਾ ਲਕਸ਼ਮਣ ਨੂੰ ਗਿਆਨ। ਤੇ ਨਿਰਵੈਰ, ਉਹਦਾ ਕਿਸੇ ਨਾਲ ਵੈਰ ਹੈ ਨਹੀਂ। ਭਾਈ ਕਨਈਆ ਜੀ ਜਿਨ੍ਹਾਂ ਨੇ ਦੁਸ਼ਮਣਾਂ ਵਿੱਚ ਵੀ ਗੁਰੂ ਗੋਬਿੰਦ ਸਿੰਘ ਜੀ ਨੂੰ ਦੇਖਿਆ ਔਰ ਉਹਨਾਂ ਨੂੰ ਵੀ ਪਾਣੀ ਪਿਲਾਇਆ, ਕਿਉਂਕਿ ਪਰਮਾਤਮਾ ਦਾ ਕਿਸੇ ਨਾਲ ਵੈਰ ਹੈ ਹੀ ਨਹੀਂ। ਅਕਾਲ ਮੂਰਤ, ਉਹਦੀ ਮੂਰਤ ਜਿਹੜੀ ਹੈ ਕਾਲ ਤੋਂ ਰਹਿਤ ਹੈ, ਉਹਨੂੰ ਕਾਲ ਦਾ ਕੋਈ ਅਸਰ ਨਹੀਂ। ਅਸੀਂ ਸਮੇਂ ਵਿੱਚ ਤੇ ਸਮੇਂ ਦੇ ਬੰਧਨ ਵਿੱਚ ਆ, ਲੇਕਿਨ ਉਹ ਸਮੇਂ ਦੇ ਬੰਧਨ ਤੋਂ ਪਰੇ, ਉਹ ਅਕਾਲ ਮੂਰਤ, ਅਜੂਨੀ, ਉਹ ਜੂਨਾ ਵਿੱਚ ਨਹੀਂ ਆਂਦਾ। ਬਾਕੀ ਹਰ ਚੀਜ਼ ਜੂਨਾ ਚਾਹੁੰਦੀ ਹੈ, ਉਹਦਾ ਕੋਈ ਮਾਤਾ ਪਿਤਾ ਨਹੀਂ ਹੈ, ਉਹ ਜੂਨਾ ਵਿੱਚ ਨਹੀਂ ਆਂਦਾ। ਉਹਨੇ ਕਿਸੇ ਤੋਂ ਜਨਮ ਨਹੀਂ ਲਿਆ। ਸਹਿ ਭੰਗ, ਉਹ ਸਵੈੰਭੂ ਹੈ, ਆਪਣੇ ਆਪ ਤੋਂ ਆਪ ਹੀ, ਉਹਦਾ ਕੋਈ ਮਾਤਾ ਪਿਤਾ ਨਹੀਂ। ਗੁਰ ਪ੍ਰਸਾਦ, ਉਹ ਗੁਰੂ ਦੀ ਕਿਰਪਾ ਨਾਲ ਪਾਇਆ ਜਾਂਦਾ। ਜਪ, ਇੱਥੋਂ ਜਪਜੀ ਸਾਹਿਬ ਦੀ ਬਾਣੀ ਸ਼ੁਰੂ ਹੁੰਦੀ ਹੈ। ਜਪ ਕੀ, ਉਹ ਪਰਮਾਤਮਾ ਜਿਹੜਾ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ, ਜਿਸ ਪਰਮਾਤਮਾ ਦੇ ਇਹ 9 ਗੁਣ ਨੇ, ਉਹਨੂੰ ਜਪ, ਉਹਨੂੰ ਬਾਰ-ਬਾਰ ਯਾਦ ਕਰ, ਰਿਪੀਟ ਕਰ, ਉਹ ਧਿਆਨ ਲਗਾ, ਜਪ ਮੈਡੀਟੇਸ਼ਨ ਕਰ ਉਹਦੇ ਉੱਤੇ, ਉਹਦੇ ਤੇ ਧਿਆਨ ਲਗਾ। ਅੱਗੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਆਦ ਸੱਚ ਜੁਗਾਦ ਸੱਚ, ਉਹ ਸ਼ੁਰੂ ਤੋਂ ਆਦਿ ਤੋਂ ਸੱਚ ਸੀ, ਉਹ ਜੁਗਾਂ ਤੋਂ ਹੀ ਸੱਚ ਹੈ ਵੀ ਸੱਚ, ਉਹ ਹਮੇਸ਼ਾ ਹੁਣ ਵੀ ਸੱਚ ਹੈ। ਨਾਨਕ ਹੋਸੀ ਵੀ ਸੱਚ, ਅੱਗੋਂ ਹੋਣ ਵਾਲੇ ਸਮੇਂ ਵਿੱਚ ਵੀ ਉਹ ਸੱਚ ਹੀ ਰਹੇਗਾ। ਤੇ ਇਹ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਬੀਜ ਮੰਤਰ ਦਿੱਤਾ, ਇੱਕ ਓੰਕਾਰ, ਮੂਲ ਮੰਤਰ ਸਾਨੂੰ ਦਿੱਤਾ, ਜਿਹੜੇ ਪਰਮਾਤਮਾ ਦੇ 9 ਗੁਣ ਦੱਸੇ ਉਹਨਾਂ ਨੇ, ਔਰ ਮਾਲਾ ਮੰਤਰ ਦਿੱਤਾ ਸਾਨੂੰ ਜਪਜੀ ਸਾਹਿਬ। ਹੁਣ ਅਸੀਂ ਪਰਮਾਤਮਾ ਨੂੰ ਪਾਣਾ ਚਾਹੁੰਦੇ ਹਾਂ। ਅਸੀਂ ਪਰਮਾਤਮਾ ਨੂੰ ਤਾਂ ਹੀ ਪਾ ਸਕਨੇ ਆ ਜੇ ਪਰਮਾਤਮਾ ਜੇ ਗੁਣ ਸਾਡੇ ਅੰਦਰ ਆ ਜਾਣ। ਹੁਣ ਅਸੀਂ ਕਿਸੇ ਨਾਲ ਦੋਸਤੀ ਕਰਨੇ ਆ ਤੇ ਸਾਡੀ ਦੋਸਤੀ ਕਿਹਦੇ ਨਾਲ ਨਿਭਦੀ ਹੈ? ਸੌਰੀ, ਜਿਹਦੇ ਨਾਲ ਸਾਡੇ ਗੁਣ ਜਾਂ ਸੁਭਾਅ ਮਿਲਦਾ ਹੋਵੇ, ਸਾਨੂੰ ਉਹ ਬੰਦਾ ਚੰਗਾ ਲੱਗਦਾ, ਅਸੀਂ ਉਹਦੇ ਨਾਲ ਦੋਸਤੀ ਕਰਨੇ ਆ। ਅਸੀਂ ਪਰਮਾਤਮਾ ਨੂੰ ਪਾਣਾ ਚਾਹੁੰਦੇ ਆ, ਤੇ ਜੇ ਸਾਡੇ ਅੰਦਰ ਪਰਮਾਤਮਾ ਦੇ ਗੁਣ ਨਹੀਂ ਆਣਗੇ ਤੇ ਅਸੀਂ ਪਰਮਾਤਮਾ ਨੂੰ ਪਾ ਕਿਸ ਤਰ੍ਹਾਂ ਸਕਨੇ ਆ? ਤੇ ਪਰਮਾਤਮਾ ਦੇ ਗੁਣ ਸਾਡੇ ਅੰਦਰ ਆਣ, ਕਿਉਂਕਿ ਆਤਮਾ ਪਰਮਾਤਮਾ ਦਾ ਅੰਸ਼ ਹੈ, ਉਹਦੇ ਅੰਦਰ ਗੁਣ ਹੈ ਨੇ, ਲੇਕਿਨ ਮਨ ਨੇ ਉੱਤੇ ਪਰਦਾ ਪਾ ਲਿਆ ਸੰਸਾਰ ਦਾ। ਤੇ ਅਸੀਂ ਅਗਰ ਪਰਮਾਤਮਾ ਦੇ ਰਸਤੇ ਤੇ ਚੱਲਣਾ ਹੈ, ਪਰਮਾਤਮਾ ਨੂੰ ਪਾਣਾ ਹੈ, ਆਤਮਾ ਨੇ ਪਰਮਾਤਮਾ ਰੂਪ ਆਪਣਾ ਪਹਿਚਾਨਣਾ ਹੈ, ਤੇ ਉਹਨੂੰ ਇਹ ਗੁਣ ਧਾਰਨ ਕਰਨੇ ਹੀ ਪੈਣਗੇ ਕਿ ਕਿਸੇ ਨਾਲ ਵੈਰ ਨਹੀਂ ਹੈ, ਕਿਸੇ ਦਾ ਡਰ ਨਹੀਂ ਹੈ। ਤਾਂ ਹੀ ਜਿਹੜੇ ਸੱਚ ਦੇ ਰਸਤੇ ਤੇ ਚੱਲਦੇ ਨੇ ਉਹ ਨਿਡਰ ਹੋ ਜਾਂਦੇ ਨੇ। ਤੇ ਜਪਜੀ ਸਾਹਿਬ ਨੂੰ ਐਨੇ ਵਰ ਦਿੱਤੇ ਸ਼੍ਰੀ ਗੁਰੂ ਜੀ ਨੇ। ਔਰ ਇੱਕ ਇੱਥੇ ਸਾਖੀ ਸੁਣਾ ਕੇ ਮੈਂ ਅੱਜ ਸੈਸ਼ਨ ਕਲੋਜ਼ ਕਰਨੀ ਆ ਕਿ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਟਾਈਮ ਤੇ ਇੱਕ ਭਾਈ ਲੱਖੂ ਜੀ ਹੋਏ ਨੇ, ਜਿਨ੍ਹਾਂ ਦਾ ਨੇਮ ਸੀ ਕਿ ਉਹ ਇੱਕ ਚੌਂਕੜੇ 'ਚ ਬੈਠ ਕੇ 21 ਜਪਜੀ ਸਾਹਿਬ ਦੇ ਪਾਠ ਕਰਦੇ ਸੀ। ਜਿੰਨੀਆਂ ਵੀ ਸਿੰਘਾਂ ਨੇ ਸ਼ਹਾਦਤਾਂ ਦਿੱਤੀਆਂ, ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਸ਼ਹਾਦਤ, ਸਾਰੇ ਗੁਰੂਆਂ ਨੇ ਸਭ ਤੋਂ ਪਹਿਲੀ ਜਪਜੀ ਸਾਹਿਬ ਦੀ ਬਾਣੀ ਦਾ ਬਹੁਤ ਹੀ ਆਦਰ ਕੀਤਾ ਔਰ ਜਪਜੀ ਸਾਹਿਬ ਦੀ ਬਾਣੀ ਨੂੰ ਸਿਰਮੌਰ ਰੱਖਿਆ। ਤੇ ਉਹ ਜਪਜੀ ਸਾਹਿਬ ਦੀ ਬਾਣੀ ਪੜ੍ਹਦੇ ਪੜ੍ਹਦੇ ਹੀ ਉਹਨਾਂ ਨੇ ਸ਼ਹਾਦਤਾਂ ਦਿੱਤੀਆਂ।
ਤੁਸੀਂ ਇਤਿਹਾਸ ਪੜ੍ਹੋਗੇ ਤੁਹਾਨੂੰ ਪਤਾ ਚੱਲੇਗਾ। ਤੇ ਭਾਈ ਲੱਖੂ ਜੀ ਜਿਹੜੇ ਸੀ ਉਹ 21 ਪਾਠ ਜਪਜੀ ਸਾਹਿਬ ਦੇ ਇੱਕ ਚੌਂਕੜੇ ਤੇ ਬੈਠ ਕੇ ਕਰਦੇ ਸੀ ਤੇ ਉਹਨਾਂ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਬ੍ਰਹਮ ਗਿਆਨੀ ਦੀ ਉਪਾਧੀ ਦਿੱਤੀ। ਹੁਣ ਉਹ ਭਾਈ ਲੱਖੂ ਜੀ ਬੜੇ ਮਸਤ ਮੌਜੀ ਸੀ ਤੇ ਉਹ ਕਿਸੇ ਦੇ ਘਰ ਜਿਸ ਵੇਲੇ ਪ੍ਰਸ਼ਾਦ ਲੰਗਰ ਛਕਣ ਜਾਂਦੇ ਸੀ, ਲੋਕ ਉਹਨਾਂ ਨੂੰ ਬੁਲਾਉਂਦੇ ਸੀ ਕਿਉਂਕਿ ਮਸਤੀ ਵਿੱਚ ਜੋ ਵੀ ਕਹਿ ਦਿੰਦੇ ਸੀ ਉਹ ਪੂਰਾ ਹੋ ਜਾਂਦਾ ਸੀ ਤੇ ਲੋਕਾਂ ਨੂੰ ਕੀ ਚਾਹੀਦਾ, ਸਾਡੇ ਇੱਛਾ ਪੂਰੀਆਂ ਹੋਣ, ਤੇ ਉਹਨਾਂ ਨੂੰ ਬੁਲਾਉਂਦੇ ਸੀ ਘਰ। ਤੇ ਉਹਨਾਂ ਦੀ ਸ਼ਰਤ ਹੁੰਦੀ ਸੀ ਕਿ ਅਗਰ ਉਹ ਜਿਹੜੀ ਬਣਾਉਣ ਵਾਲੀ ਇਸਤਰੀ ਹੈ, ਘਰ ਦੀ ਗ੍ਰਹਿਣੀ ਹੈ, ਉਹਨੂੰ ਅਗਰ ਜਪਜੀ ਸਾਹਿਬ ਦਾ ਪਾਠ ਆਂਦਾ ਹੈ ਤਾਂ ਮੈਂ ਉਹਦੇ ਹੱਥੋਂ ਲੰਗਰ ਛਕਾਂਗਾ। ਤੇ ਇਸ ਵਾਸਤੇ ਫਿਰ ਲੋਕਾਂ ਨੇ ਜਪਜੀ ਸਾਹਿਬ ਦੇ ਪਾਠ ਜਿਹੜਾ ਉਹਨੂੰ ਕਰਨਾ ਸ਼ੁਰੂ ਕੀਤਾ। ਫਿਰ ਉਹਨਾਂ ਨੇ ਬੱਚਿਆਂ ਨੂੰ ਵੀ ਸਿਖਾਉਣਾ ਸ਼ੁਰੂ ਕੀਤਾ ਤੇ ਉਹਨਾਂ ਨੇ ਜਿਹੜਾ ਵੀ ਜਪਜੀ ਸਾਹਿਬ ਦਾ ਪਾਠ ਸੁਣਾਉਂਦਾ ਸੀ ਉਹਦੇ ਘਰੋਂ ਪ੍ਰਸ਼ਾਦ ਛਕਦੇ ਸੀ। ਤੇ ਇੱਕ ਦਿਨ ਇੱਕ ਮਾਈ ਦੇ ਘਰ ਗਏ ਪ੍ਰਸ਼ਾਦ ਛਕਣ, ਤੇ ਉਹ ਮਾਈ ਨੇ ਪ੍ਰਸ਼ਾਦ ਛਕਾਇਆ, ਉਹਦਾ ਛੋਟਾ ਬੱਚਾ ਸੀ, ਉਸ ਬੱਚੇ ਨੇ ਪ੍ਰਸ਼ਾਦ ਛਕਾਇਆ ਤੇ ਉਹਨਾਂ ਨੇ ਮਾਈ ਨੂੰ ਕਿਹਾ ਕਿ ਤੂੰ ਉਦਾਸ ਕਿਉਂ ਹੈ, ਤੇਰੀਆਂ ਅੱਖਾਂ 'ਚ ਆਂਸੂ ਕਿਉਂ ਨੇ? ਤੇ ਉਹ ਕਹਿਣ ਲੱਗੇ ਕਿ ਮੈਂ ਪਹਿਲੇ ਤੁਹਾਡੇ ਤੋਂ ਪਹਿਲੇ ਇੱਕ ਫਕੀਰ ਆਏ ਸੀ ਤੇ ਉਹਨਾਂ ਨੇ ਮੈਨੂੰ ਕਿਹਾ ਕਿ ਇਹ ਬੱਚੇ ਦੀ ਉਮਰ ਬਹੁਤ ਘੱਟ ਹੈ, 14 ਸਾਲ ਤੋਂ ਜ਼ਿਆਦਾ ਹੈ, ਨਹੀਂ ਜੀਏਗਾ, ਤੇ ਇਹਦੇ ਹੁਣ 14 ਸਾਲ ਪੂਰੇ ਹੋਣ ਵਾਲੇ ਨੇ, ਇਸ ਵਾਸਤੇ ਮੈਂ ਬਹੁਤ ਉਦਾਸ ਹਾਂ ਕਿ ਇਹ ਬੱਚਾ ਹੁਣ ਜਿਹੜਾ ਇਹ ਸਰੀਰ ਛੋੜ ਦੇਗਾ। ਤੇ ਉਹ ਹੱਸ ਕੇ ਕਹਿਣ ਲੱਗੇ ਕਿ ਇਹਨੇ ਜਪਜੀ ਸਾਹਿਬ ਦਾ ਪਾਠ ਸੁਣਾਇਆ ਬੱਚੇ ਨੇ, ਤੇ ਜਪਜੀ ਸਾਹਿਬ ਦਾ ਪਾਠ ਇਹਨੇ ਪ੍ਰੇਮ ਨਾਲ ਸੁਣਾਇਆ, ਇਹਦੀ ਉਮਰ 40 ਸਾਲ ਹੋ ਗਈ, ਤੇ ਕਹਿ ਕੇ ਮਸਤੀ ਵਿੱਚ ਚਲੇ ਗਏ। ਹੁਣ ਉਹ ਜਿਹੜਾ ਫਕੀਰ ਸੀ ਉਹਨੇ ਤੇ ਸੋਚਿਆ ਕਿ 2-4 ਮਹੀਨੇ ਬਾਅਦ ਬੱਚੇ ਨੇ ਮਰ ਜਾਣਾ ਤੇ ਮੈਂ ਜਾ ਕੇ ਮਾਂ ਨੂੰ ਦਿਲਾਸਾ ਦੇ ਕੇ ਆਵਾਂ। ਤੇ ਉਹ ਫਕੀਰ ਵਾਪਸ ਆਇਆ ਤੇ ਉਸ ਬੱਚੇ ਨੇ ਹੀ ਉਸ ਫਕੀਰ ਨੂੰ ਫਿਰ ਪਾਣੀ ਦਿੱਤਾ। ਤੇ ਬੱਚਾ, ਉਹ ਫਕੀਰ ਬੜਾ ਹੈਰਾਨ ਹੋ ਗਿਆ। ਉਹਨੇ ਉਹਦੀ ਮਾਂ ਨੂੰ ਪੁੱਛਿਆ ਕਿ ਇਹ ਹੋਇਆ ਕਿਸ ਤਰ੍ਹਾਂ, ਮੈਂ ਤੇ ਇਹਦੇ ਸਾਰੇ ਖਾਤੇ ਦੇਖੇ ਪਰਮਾਤਮਾ ਦੇ ਘਰ ਜਾ ਕੇ, ਇਸ ਬੱਚੇ ਦੀ ਉਮਰ ਤੇ 14 ਸਾਲ, ਇਹਨੂੰ ਮਰ ਜਾਣਾ ਚਾਹੀਦਾ, ਇਹ ਜਿੰਦਾ ਕਿਸ ਤਰ੍ਹਾਂ ਹੁਣ ਤੱਕ? ਤੇ ਬੜਾ ਉਹਨੂੰ ਗੁੱਸਾ ਆਇਆ। ਤੇ ਉਹ ਮਾਤਾ ਨੇ ਕਿਹਾ ਕਿ ਤੁਹਾਡੇ ਤੋਂ ਬਾਅਦ ਇੱਕ ਭਾਈ ਲੱਖੂ ਨੇ, ਗੁਰੂ ਅਰਜਨ ਦੇਵ ਜੀ ਦੇ ਸਿੱਖ, ਉਹ ਆਏ ਸੀ ਤੇ ਉਹਨਾਂ ਨੇ ਕਹਿਤਾ ਕਿ ਇਹਦੀ 40 ਸਾਲ ਉਮਰ ਹੋਗੀ ਕਿਉਂਕਿ ਇਹਨੇ ਜਪਜੀ ਸਾਹਿਬ ਦਾ ਪਾਠ ਸੁਣਾਇਆ ਸਾਨੂੰ ਪ੍ਰੇਮ ਨਾਲ। ਤੇ ਉਹਨੂੰ ਬੜਾ ਹੀ ਗੁੱਸਾ ਆਇਆ ਕਿ ਐਸਾ ਕੌਣ ਹੈ ਜਿਹੜਾ ਕਿ ਮੈਂ ਦੇਖਿਆ ਪੜਿਆ ਜਿਹੜਾ ਪਰਮਾਤਮਾ ਦੇ ਘਰ ਜਾ ਕੇ ਉਹਨੂੰ ਵੀ ਬਦਲ ਦਿੱਤਾ, ਐਸਾ ਕੌਣ ਹੈ, ਮੈਂ ਜਾ ਕੇ ਉਹਨੂੰ ਮਿਲਣਾ ਹੈ। ਤੇ ਲੋਕਾਂ ਨੇ ਕਿਹਾ ਕਿ ਉਹ ਜੰਗਲ ਵਿੱਚ ਰਹਿੰਦੇ ਨੇ। ਉਹ ਜੰਗਲ ਵਿੱਚ ਗਿਆ ਤੇ ਭਾਈ ਲੱਖੂ ਜੀ ਜਿਹੜੇ ਸੀ ਉਹ ਲੇਟੇ ਹੋਏ ਸੀ, ਉਹਨਾਂ ਨੇ ਆਪਣੇ ਉੱਪਰ ਚੱਦਰ ਲਈ ਹੋਈ ਸੀ, ਮੂੰਹ ਢੱਕਿਆ ਹੋਇਆ ਸੀ ਤੇ ਜਪਜੀ ਸਾਹਿਬ ਦਾ ਪਾਠ ਕਰ ਰਹੇ ਸੀ। ਜਪਜੀ ਸਾਹਿਬ ਦੇ ਪਾਠ ਦੀ ਆਵਾਜ਼ ਆ ਰਹੀ ਸੀ ਉਹਨਾਂ ਦੇ ਜਿੱਥੇ ਉਹ ਲੇਟੇ ਹੋਏ ਸੀ। ਤੇ ਇਹ ਫਕੀਰ ਨੇ ਜਾ ਕੇ ਕਿਹਾ ਕਿ ਤੁਸੀਂ ਭਾਈ ਲੱਖੂ ਤੇ ਚੱਦਰ ਉਤਾਰੋ, ਮੈਨੂੰ ਆਪਣਾ ਚਿਹਰਾ ਦਿਖਾਓ, ਤੁਸੀਂ ਕੌਣ ਹੋ ਉਮਰ ਵਧਾਉਣ ਵਾਲੇ, ਤੁਸੀਂ ਪਰਮਾਤਮਾ ਤੋਂ ਵੀ ਵੱਡੇ ਹੋ ਗਏ ਹੋ ਕਿ ਤੁਸੀਂ ਕਿਸੇ ਦੀ ਉਮਰ ਵਧਾ ਸਕਦੇ ਹੋ? ਤੇ ਉਹਨਾਂ ਨੇ ਜਵਾਬ ਨਹੀਂ ਦਿੱਤਾ, ਉਹ ਪਾਠ ਕਰਦੇ ਰਹੇ। ਤੇ ਇਹਨੂੰ ਫਕੀਰ ਨੂੰ ਬੜਾ ਗੁੱਸਾ ਆਇਆ ਔਰ ਇਹਨੇ ਇੱਕ ਲੱਤ ਮਾਰੀ ਉਹਨਾਂ ਨੂੰ ਕਿ ਤੁਸੀਂ ਕਿਸ ਤਰ੍ਹਾਂ ਉਮਰ ਵਧਾ ਸਕਦੇ ਹੋ? ਤੇ ਉਹ ਹੱਸਣ ਲੱਗ ਗਏ ਤੇ ਉਹਨਾਂ ਨੇ ਕਿਹਾ ਜਾ, ਹੁਣ ਉਸ ਬੱਚੇ ਦੀ ਉਮਰ 60 ਸਾਲ ਹੋ ਗਈ। ਇਹਨੂੰ ਹੋਰ ਗੁੱਸਾ ਆਇਆ ਕਿ ਤੁਸੀਂ ਕੌਣ ਹੁੰਦੇ ਹੋ ਉਮਰ ਵਧਾਉਣ ਵਾਲੇ? ਤੇ ਉਹਨੇ ਇੱਕ ਹੋਰ ਲੱਤ ਮਾਰੀ ਤੇ ਇਹਨਾਂ ਨੇ ਕਿਹਾ ਜਾ, ਹੁਣ 80 ਸਾਲ ਉਹਦੀ ਉਮਰ ਹੋ ਗਈ। ਫਿਰ ਉਹਨੇ ਖਿੱਚ ਕੇ ਚੱਦਰ ਉਤਾਰੀ ਕਿ ਕੌਣ ਹੋ ਤੁਸੀਂ, ਚਿਹਰਾ ਤੇ ਦਿਖਾਓ ਆਪਣਾ। ਤੇ ਫਿਰ ਉਹ ਇੰਨਾ ਦੇਖ ਕੇ ਵੀ ਇੰਨੇ ਗਰੀਬ ਜਿਹਾ ਸਿੱਖਿਆ ਕੀ ਬੋਲੀ ਜਾਂਦਾ, ਮੈਂ ਉਮਰ ਵਧਾਤੀ 40 ਤੋਂ 60, 60 ਤੋਂ 80 ਕਰ ਦਿੱਤੀ, ਇੰਨੀ ਇਹਦੇ ਅੰਦਰ ਤਾਕਤ ਆ ਗਈ ਹੈ। ਤੇ ਉਹਨੇ ਥੱਪੜ ਮਾਰਿਆ ਉਹਨਾਂ ਨੂੰ, ਥੱਪੜ ਮਾਰਿਆ ਤੇ ਭਾਈ ਲੱਖੂ ਜੀ ਕਹਿਣ ਲੱਗੇ ਜਾ 90 ਸਾਲ ਹੋ ਗਈ। ਤੇ ਉਹਨਾਂ ਨੇ ਫਿਰ ਦੂਜੀ ਗੱਲ ਅੱਗੇ ਕਰਤੀ ਕਿ ਇੱਕ ਥੱਪੜ ਹੋਰ ਮਾਰ, ਪੂਰੇ 100 ਹੀ ਕਰ ਦੇ। ਤੇ ਉਹ ਜਿਸ ਵੇਲੇ ਉਹਨਾਂ ਨੇ ਇਹ ਗੱਲ ਕਹੀ ਤੇ ਉਹ ਫਕੀਰ ਨੂੰ ਇੰਨੀ ਚੋਟ ਲੱਗੀ ਕਿ ਮੈਂ ਤੇ ਮਾਰ ਰਿਹਾ, ਇੰਨਾ ਗੁੱਸਾ ਕਰ ਰਿਹਾ, ਔਰ ਇਹ ਇੰਨੇ ਸ਼ਾਂਤ ਕਿਸ ਤਰ੍ਹਾਂ ਨੇ, ਔਰ ਇਹਨਾਂ ਨੂੰ ਆਪਣੇ ਲਈ ਕੁਝ ਨਹੀਂ ਚਾਹੀਦਾ, ਉਹ ਬੱਚੇ ਦੀ ਉਮਰ ਵਧਾਈ ਜਾਂਦੇ ਨੇ ਔਰ ਕਿਸੇ ਕੋਲੋਂ ਪੁੱਛ ਵੀ ਨਹੀਂ ਰਹੇ ਪਰਮਾਤਮਾ ਕੋਲੋਂ ਵਧਾਵਾਂ ਕਿ ਨਾ ਵਧਾਵਾਂ। ਤੇ ਇੰਨੀ ਸ਼ਕਤੀ ਇਹਨਾਂ ਦੇ ਅੰਦਰ ਕਿੱਥੋਂ ਆਈ? ਫਿਰ ਉਹਦਾ ਮਨ ਬਦਲ ਗਿਆ ਔਰ ਉਹਨੇ ਫਿਰ ਉਹਨਾਂ ਦੇ ਚਰਨਾਂ ਤੇ ਝੁੱਕ ਕੇ ਪੁੱਛਿਆ ਕਿ ਤੁਸੀਂ ਇੰਨੀ ਸ਼ਕਤੀ ਪਾਈ ਕਿੱਥੋਂ, ਕਿ ਤੁਹਾਨੂੰ ਪੁੱਛਣ ਦੀ ਵੀ ਲੋੜ ਨਹੀਂ ਹੈ, ਪਰਮਾਤਮਾ ਨੇ ਅਗਰ ਉਮਰ ਘੱਟ ਲਿਖੀ ਤੇ ਤੁਸੀਂ ਵਧਾ ਦਿੱਤੀ ਤਾਂ ਵੀ ਉਹਦੀ 100 ਸਾਲ ਉਮਰ ਕਰ ਦਿੱਤੀ। ਤੇ ਉਹਨਾਂ ਨੇ ਕਿਹਾ ਕਿ ਨਹੀਂ, ਮੇਰੇ ਪੈਰਾਂ ਤੇ ਨਹੀਂ ਡਿੱਗ, ਇਹ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਤਾਕਤ ਹੈ, ਜਪਜੀ ਸਾਹਿਬ ਦੀ ਤਾਕਤ ਹੈ, ਤੂੰ ਜਾਣਾ ਤੇ ਤੂੰ ਉਹਨਾਂ ਦੇ ਚਰਨਾਂ ਤੇ ਮੱਥਾ ਟੇਕ ਜਿੱਥੋਂ ਸਭ ਕੁਝ ਮਿਲਦਾ ਹੈ। ਤੇ ਉਹ ਫਕੀਰ ਦਾ ਹੰਕਾਰ ਦੂਰ ਹੋ ਗਿਆ ਕਿ ਕੋਈ ਬੰਦਾ ਇੰਨਾ ਸਥਿਰ ਕਿਸ ਤਰ੍ਹਾਂ ਰਹਿ ਸਕਦਾ ਹੈ, ਕਿਸੇ ਦਾ ਮਨ ਇੰਨਾ ਨਿਸ਼ਚਲ ਕਿਸ ਤਰ੍ਹਾਂ ਰਹਿ ਸਕਦਾ ਹੈ ਕਿ ਉਹਨੂੰ ਗੁੱਸਾ ਹੀ ਨਾ ਆਏ ਔਰ ਫਿਰ ਉਹ ਪਰਉਪਕਾਰ ਕਰੀ ਜਾਏ, ਆਪਣੇ ਵਾਸਤੇ ਕੁਝ ਨਹੀਂ ਚਾਹੀਦਾ। ਉਹ ਬੱਚੇ ਦੀ ਉਮਰ ਵਧਾਤੀ, 100 ਸਾਲ ਕਰ ਦਿੱਤੀ। ਫਿਰ ਇਹ ਜਿਹੜਾ ਫਕੀਰ ਸੀ ਇਹ ਵੀ ਸ਼੍ਰੀ ਗੁਰੂ ਅਰਜਨ ਦੇਵ ਜੀ ਕੋਲ ਗਿਆ ਔਰ ਇਹਨੇ ਜਾ ਕੇ ਅਰਦਾਸ ਕੀਤੀ, ਮਾਫੀ ਮੰਗੀ ਕਿ ਮੈਨੂੰ ਵੀ ਐਸੀ ਅਵਸਥਾ, ਸਹਿਜ ਅਵਸਥਾ ਦਿਓ। ਤੇ ਫਿਰ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਉਹ ਵੀ ਸਿੱਖ ਹੋਇਆ। ਤੇ ਜਪਜੀ ਸਾਹਿਬ ਦਾ ਇੰਨਾ ਮਹਾਤਮ ਹੈ, ਅਗਰ ਅਸੀਂ ਪ੍ਰੇਮ ਨਾਲ ਜਪਜੀ ਸਾਹਿਬ ਦੀ ਬਾਣੀ ਪੜ੍ਹੀਏ ਔਰ ਉਹਦੇ ਸਮਝੀਏ ਤੇ ਸ਼੍ਰੀ ਗੁਰੂ ਜੀ ਨੇ ਇਹ ਸਾਨੂੰ ਪਰਮਾਤਮਾ ਦੇ ਰਸਤੇ ਤੇ ਚੜ੍ਹਨ ਦੀ ਪੌੜੀ ਲਗਾ ਕੇ ਦਿੱਤੀ ਹੈ ਕਿ ਇੱਕ ਇੱਕ ਪੌੜੀ ਚੜ੍ਹ ਕੇ ਅਸੀਂ ਉਸ ਉਚਾਈ ਨੂੰ ਛੂ ਸਕਨੇ ਆ
ਜਿੱਥੋਂ ਸਾਡੀ ਆਤਮਾ ਆਈ ਹੈ। ਬਹੁਤ ਕੁਝ ਹੁੰਦਾ ਸ਼ੇਅਰ ਕਰਨ ਵਾਲਾ, ਟਾਈਮ ਦੇ ਹਿਸਾਬ ਨਾਲ ਮੈਨੂੰ ਬਹੁਤ ਸੰਕੋਚ ਕੇ ਸ਼ੇਅਰ ਕਰਨਾ ਪੈਂਦਾ, ਸੋ ਇਹਨੂੰ ਬਾਰ-ਬਾਰ ਸੁਣੋ। ਅਗਰ ਨਹੀਂ ਸਮਝ ਆਇਆ, ਮੈਨੂੰ ਵੀ, ਮੈਂ ਬਹੁਤ ਹੈਰਾਨ ਹਾਂ ਕਿ ਮੈਨੂੰ ਵੀ ਹੁਣ ਹੀ ਇਹ ਚੀਜ਼ਾਂ ਸਮਝ ਆ ਰਹੀਆਂ ਨੇ ਜੋ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ। ਮੈਂ ਕੋਈ ਕਥਾਵਾਚਕ ਨਹੀਂ ਹਾਂ ਕਿ ਮੈਂ ਗੁਰਬਾਣੀ ਦੀ ਕਥਾ ਕਰ ਸਕਾਂ, ਪਰ ਜੋ ਮੈਨੂੰ ਸਮਝ ਆ ਰਿਹਾ, ਤੇ ਮੈਨੂੰ ਪਤਰੀ ਜੀ ਨੇ ਵੀ ਕਿਹਾ ਕਿ ਆਪਕਾ ਕੰਮ ਹੈ ਸ਼ੇਅਰ ਕਰਨਾ। ਮੈਂ ਬਹੁਤ ਡਰਦੀ ਸੀ ਕਿ ਮੈਂ ਗੁਰਬਾਣੀ ਨਹੀਂ ਕਰ ਸਕਦੀ, ਮੈਨੂੰ ਨਹੀਂ ਇੰਨੀ ਸਮਝ, ਲੇਕਿਨ ਉਹੀ ਗੱਲ ਹੈ ਕਿ ਪਤਰੀ ਜੀ ਨੇ ਮੇਰੇ ਸਿਰ ਤੇ ਡੰਡਾ ਰੱਖ ਕੇ ਕਰਾ ਲਿਆ ਮੇਰੇ ਕੋਲੋਂ। ਸੋ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਸਾਰਿਆਂ ਦਾ। ਥੈਂਕ ਯੂ ਕਿ ਤੁਸੀਂ ਮੈਨੂੰ ਮੌਕਾ ਦਿੰਦੇ ਹੋ, ਔਰ ਇਹੋ ਜਿਹੇ ਗੁਰਪੁਰਬ ਆਉਂਦੇ ਨੇ ਤੇ ਮੈਂ ਵੀ ਅੱਗੇ ਵਧਣੀ ਆ ਥੋੜਾ ਥੋੜਾ, ਔਰ ਇਸੇ ਤਰ੍ਹਾਂ ਮਿਲ ਕੇ ਅਸੀਂ ਸਹਿ ਯਾਤਰੀ ਬਣ ਕੇ ਅੱਗੇ ਵਧਦੇ ਰਹੀਏ। ਤੁਹਾਨੂੰ ਸਾਰਿਆਂ ਨੂੰ ਗੁਰਪੁਰਬ ਦੀ ਫਿਰ ਬਹੁਤ ਬਹੁਤ ਵਧਾਈ। ਇਸ ਤੋਂ ਅੱਗੇ ਅਸੀਂ ਇੱਕ ਇੱਕ ਸਿਧਾਂਤ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਅਗਲੇ ਆਉਣ ਵਾਲੇ ਦਿਨਾਂ 'ਚ ਲਵਾਂਗੇ ਤੇ ਹੋਰ ਵਿਚਾਰ ਕਰੋ। ਮੈਂ ਖੁਦ ਇੰਨੀ ਹੈਰਾਨ ਆ ਕਿ ਮੈਨੂੰ 4-3 ਦਿਨ ਪਹਿਲੇ ਹੀ ਪਤਾ ਚੱਲਿਆ ਕਿ ਇਹ ਬੀਜ ਮੰਤਰ ਹੈ, ਮੂਲ ਮੰਤਰ ਹੈ, ਮਾਲਾ ਮੰਤਰ ਹੈ, ਜਦ ਕਿ ਕਿਤਨੇ ਪਾਠ ਕਰ ਚੁੱਕੇ ਜਪਜੀ ਸਾਹਿਬ ਦੇ। ਤੇ ਤਾਂ ਹੀ ਕਹਿੰਦੇ ਜਦ ਤੱਕ ਧਿਆਨ ਨਹੀਂ ਕਰਾਂਗੇ ਮਨ ਖਾਲੀ ਨਹੀਂ ਹੋਏਗਾ, ਮਨ ਤੋਂ ਮੈਲ ਨਹੀਂ ਉਤਰੇਗੀ। ਜਦ ਤੱਕ ਤੇਰਾ ਮੇਰਾ ਮੇਰਾ ਤੇਰੇ ਵਿੱਚ ਉਲਝੇ ਰਾਂਗੇ, ਤਦ ਤੱਕ ਬਾਣੀ ਦੀ ਸਮਝ ਆ ਹੀ ਨਹੀਂ ਸਕਦੀ। ਜੇ ਅਸੀਂ ਪਰਮਾਤਮਾ ਦੇ ਰਸਤੇ ਤੇ ਚੱਲਣਾ ਹੈ ਤੇ ਪਰਮਾਤਮਾ ਦੇ ਗੁਣ ਸਾਨੂੰ ਧਾਰਨ ਕਰਨੇ ਹੀ ਪੈਣਗੇ, ਤਾਂ ਹੀ ਅਸੀਂ ਉਸ ਰਸਤੇ ਤੇ ਚੱਲ ਸਕਨੇ ਆ, ਤਾਂ ਹੀ ਸਾਨੂੰ ਬਾਣੀ ਦੀ ਸਮਝ ਆਏਗੀ। ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ। ਕਿਸੇ ਦਾ ਕੋਈ ਸਵਾਲ ਹੈ ਤੇ ਤੁਸੀਂ ਜ਼ਰੂਰ ਕਰੋ, ਤਾਂ ਕਿ ਨਾਲੋਂ ਨਾਲ ਅਸੀਂ ਸਵਾਲ ਵੀ ਲੈ ਲਈਏ। ਥੈਂਕ ਯੂ ਜੀ।